ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਵਿਨੇ ਰਾਣਾ ਤੇ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ। ਤਾਂ ਮੇਰੇ ਨਾਲ ਇੱਕ ਵਾਰ ਫੇਰ ਤੋਂ ਮੋਟੀਵੇਸ਼ਨਲ ਸਪੀਕਰ ਤੇ ਸੋਸ਼ਲ ਐਨਾਲਿਸਟ ਇੰਜੀਨੀਅਰ ਤਰੁਣ ਬਾਂਦਾ ਜੀ ਜੁੜੇ ਹੋਏ ਨੇ। ਤੁਹਾਡਾ ਸਵਾਗਤ ਹੈ ਤਰੁਣ ਜੀ। ਤੇ ਅੱਜ ਅਸੀਂ ਅੱਜ ਦਾ ਮੁੱਦਾ 'ਚ ਸ਼ਾਮਲ ਕੀਤਾ ਨਿਊਕਲੀਅਰ ਪਾਵਰ ਪਲਾਂਟ, ਜਿਹੜਾ ਪਹਿਲੀ ਵਾਰੀ ਉੱਤਰ ਭਾਰਤ ਦੇ ਵਿੱਚ ਲੱਗਣ ਜਾ ਰਿਹਾ। ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਵਿੱਚ ਇਹ ਲੱਗ ਰਿਹਾ ਹੈ ਤੇ ਇਹ ਸਰਕਾਰ ਨੇ ਪਹਿਲੀ ਵਾਰੀ ਉੱਤਰ ਭਾਰਤ ਦੇ ਵਿੱਚ ਨਿਊਕਲੀਅਰ ਪਾਵਰ ਪਲਾਂਟ ਲਾਉਣ ਦਾ ਸੋਚਿਆ, ਕਿਉਂਕਿ ਅੱਜ ਤੋਂ ਪਹਿਲਾਂ ਜਦੋਂ ਵੀ ਇੱਦਾਂ ਦੇ ਪਾਵਰ ਪਲਾਂਟ ਦੀ ਜਾਂ ਨਿਊਕਲੀਅਰ ਕਿਸੇ ਵੀ ਸੰਯੰਤਰ ਦੀ ਗੱਲ ਹੁੰਦੀ ਸੀ ਤੇ ਸਾਊਥ, ਗੋਆ, ਮਹਾਰਾਸ਼ਟਰ ਇਸ ਵਾਲੇ ਪਾਸੇ ਦਾ ਧਿਆਨ ਆਉਂਦਾ ਸੀਗਾ। ਲੇਕਿਨ ਪਹਿਲੀ ਵਾਰੀ ਕੇਂਦਰ ਸਰਕਾਰ ਨੇ ਉੱਤਰ ਭਾਰਤ ਵੱਲ ਰੁਖ ਕੀਤਾ ਹੈ ਔਰ ਹਰਿਆਣਾ ਦੇ ਵਿੱਚ ਇਹ ਪਾਵਰ ਪਲਾਂਟ ਲੱਗਣ ਜਾ ਰਿਹਾ ਹੈ। ਉਸ ਦੇ ਬਾਰੇ ਅੱਜ ਚਰਚਾ ਕਰਾਂਗੇ ਔਰ ਇਹ ਸਾਨੂੰ ਕੁਝ ਉਸ ਦੀਆਂ ਬਰੀਕੀਆਂ ਦੱਸਣਗੇ। ਤੇ ਤੁਸੀਂ ਦੱਸੋ ਇੰਜੀਨੀਅਰ ਸਾਹਿਬ ਕਿ ਪਹਿਲਾਂ ਪਰਮਾਣੂ ਊਰਜਾ ਕੇਂਦਰ ਦਾ ਜਿਹੜਾ ਇਸ ਵਾਰੀ ਕੇਂਦਰ ਸਰਕਾਰ ਨੇ ਹਰਿਆਣਾ 'ਚ ਲਗਾਉਣ ਦਾ ਸੋਚਿਆ, ਇਹਦਾ ਕੀ ਕਾਰਨ ਹੋ ਸਕਦਾ ਵੱਡਾ? ਹਾਂਜੀ, ਨਮਸਕਾਰ ਜੀ ਵਿਨੇ ਜੀ। ਇਹਦੇ ਵਿੱਚ ਸਭ ਤੋਂ ਵੱਡਾ ਜੋ ਕਾਰਨ ਹੈਗਾ, ਪਹਿਲਾਂ ਜੋ ਅਸੀਂ ਸਾਊਥ ਦੇ ਵਿੱਚ ਦੇਖਦੇ ਹਾਂ, ਸਾਊਥ ਦੇ ਵਿੱਚ ਪਾਣੀ ਦੀ ਕੋਈ ਦਿੱਕਤ ਨਹੀਂ ਹੁੰਦੀ ਸੀ। ਉਸ ਤਰ੍ਹਾਂ ਦੀ ਜੋ ਸਪੋਰਟਿੰਗ ਸਟਰਕਚਰ ਸਾਨੂੰ ਆਲਰੇਡੀ ਨੈਚੁਰਲੀ ਮਿਲਦਾ ਸੀਗਾ। ਹੁਣ ਨਾਰਥ ਇੰਡੀਆ ਦੇ ਵਿੱਚ ਇੱਕ ਕਿਤੇ ਨਾ ਕਿਤੇ ਇਹ ਜ਼ਰੂਰੀ ਵੀ ਸੀਗਾ, ਕਿਉਂਕਿ ਉਸ ਏਰੀਆ ਨੂੰ ਵੀ ਡਿਵੈਲਪ ਕਰਨਾ। ਔਰ ਜੇ ਅਸੀਂ ਨਿਊਕਲੀਅਰ એનર્ਜੀ ਦੀ ਗੱਲ ਕਰੀਏ, ਦੁਨੀਆ ਦੇ ਵਿੱਚ 10% ਜੋ એનર્ਜੀ ਹੈ ਬਿਜਲੀ ਦੀ ਜੋ ਉਤਪਤੀ ਹੈ, ਉਹ ਕਿਤੇ ਨਾ ਕਿਤੇ ਇੱਥੋਂ ਹੀ ਪ੍ਰਾਪਤ ਕਰੀ ਜਾਂਦੀ ਹੈ, ਨਿਊਕਲੀਅਰ ਤੋਂ ਪ੍ਰਾਪਤ ਕਰੀ ਜਾਂਦੀ ਹੈ 10%। ਹਾਲਾਂਕਿ ਭਾਰਤ ਇਹਦੇ ਵਿੱਚ ਜਿਹੜਾ ਆਪਣਾ ਕੰਟਰੀਬਿਊਸ਼ਨ ਦੇ ਰਿਹਾ ਉਹ 1.5% ਦੇ ਨੀਅਰ ਅਬਾਊਟ ਉਹ ਦੇ ਰਿਹਾ। ਤੇ ਬਾਕੀ ਫੋਸਿਲ ਫਿਊਲ ਨੇ ਜਿਹੜੇ ਕੋਲ ਤੋਂ ਅਸੀਂ 49% ਅਸੀਂ ਕੋਲ ਤੋਂ ਹੀ ਅਸੀਂ ਪ੍ਰਾਪਤ ਕਰ ਰਹੇ ਹਾਂ। ਤਾਂ ਕਰਕੇ ਹੁਣ ਨਿਊਕਲੀਅਰ ਦਾ ਆਪਣਾ ਇੱਕ ਵੱਡਾ ਇੱਕ ਰੋਲ ਸੀ, ਕਿਉਂਕਿ ਪਾਵਰ ਦੀ ਤਾਂ ਕੰਜ਼ੰਪਸ਼ਨ ਪੂਰੀ ਹੈ। ਦਿੱਲੀ ਇੱਕ ਮੈਟਰੋ ਸਿਟੀ ਹੈ ਔਰ ਦਿੱਲੀ ਤੋਂ 150 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਇਹਨਾਂ ਨੇ ਡਿਸਟੈਂਸ 'ਤੇ ਸਥਾਪਿਤ ਕਰਿਆ। ਇਹਦੀ ਲਈ ਸਭ ਤੋਂ ਵੱਡੀ ਇੱਕ ਜੋ ਦਿੱਕਤ ਪਰੇਸ਼ਾਨੀ ਰਹਿੰਦੀ ਸੀ, ਕਿਉਂਕਿ ਪਰਮਿਸ਼ਨਸ ਲੈਣੀਆਂ, ਇਹਨਾਂ ਨੇ ਪਰਮਿਸ਼ਨਸ ਲਈਆਂ, ਐਟੋਮਿਕ ਡਿਪਾਰਟਮੈਂਟਸ ਤੋਂ ਪਰਮਿਸ਼ਨਸ ਲਈਆਂ ਨੇ। ਔਰ ਇੱਕ ਰਿਸਕ ਵੀ ਸੀ, ਜੇ ਅਸੀਂ ਦੇਖੀਏ ਤਾਂ ਇੰਟਰਨੈਸ਼ਨਲ ਬਾਰਡਰ ਵੀ ਪਾਕਿਸਤਾਨ ਵੀ ਨੇੜੇ ਆ ਜਾਂਦਾ ਹੈ। ਜੇ ਅਸੀਂ ਦੇਖੀਏ ਨਾ ਵੀ, ਕਿਉਂਕਿ ਕਿਤੇ ਨਾ ਕਿਤੇ 1971 ਦੇ ਅਸੀਂ ਜੰਗ ਵੇਲੇ ਸਾਨੂੰ ਇਹ ਦੇਖਣ ਨੂੰ ਮਿਲਦਾ ਸੀਗਾ, ਜਦੋਂ ਉਦੋਂ ਕਿਤੇ ਨਾ ਕਿਤੇ ਫਾਈਟਰ ਅਟੈਕ ਜੋ ਹੋਏ ਸੀ, ਇਹ ਐਰੋਪਲੇਨ ਨਾਲ ਜੋ ਇਹਨਾਂ ਨੇ ਅਟੈਕ ਕਰੇ ਨੇ, ਜੋ ਜਹਾਜ਼ਾਂ ਨਾਲ ਅਟੈਕ ਹੁੰਦੇ ਨੇ, ਤਾਂ ਫਿਰ ਉਹ ਜਿਹੜਾ ਡਿਸਟੈਂਸ ਹੈ ਉਹ ਦੂਰ ਨਹੀਂ, ਉਹ ਨੇੜੇ ਹੀ ਸਾਨੂੰ ਦਿਖਦਾ। ਜਿੱਥੇ ਕਿ ਇਹਨਾਂ ਨੇ ਤਾਜ ਮਹਿਲ 'ਤੇ ਪੂਰੀ ਗਰੀਨਰੀ ਪਾ ਕੇ ਕਿਤੇ ਨਾ ਕਿਤੇ ਜਦੋਂ ਨਿਗਾਹ ਸੀ ਪਾਕਿਸਤਾਨ ਦੀ ਵੀ ਅਸੀਂ ਉਹਨੂੰ ਕਾਊਂਟਰ ਕਰਨਾ, ਉਹਨੂੰ ਟਾਰਗੇਟ ਕਰਨਾ, ਤਾਂ ਪੂਰਾ ਤਾਜ ਮਹਿਲ ਨੂੰ ਉਹਨਾਂ ਨੇ ਕਵਰ ਕਰਤਾ ਸੀ ਗ੍ਰੀਨ ਸ਼ੀਟ ਨਾਲ। ਤੇ ਇਹੀ ਇਹਨਾਂ ਨੂੰ ਇੱਕ ਵੱਡਾ ਇੱਕ ਰਿਸਕ ਰਹਿੰਦਾ ਸੀ। ਇਹ ਅਪਰੂਵਲਾਂ ਕਿਤੇ ਡਿਫੈਂਸ ਤੋਂ ਵੀ ਲੈਣੀਆਂ ਹੁੰਦੀਆਂ, ਐਟੋਮਿਕ ਡਿਪਾਰਟਮੈਂਟਸ ਤੋਂ ਵੀ ਲੈਣੀਆਂ ਹੁੰਦੀਆਂ, ਤਾਂ ਕਿ ਬਾਰਡਰ ਏਰੀਆ ਜਦੋਂ ਨੇੜੇ ਕੋਈ ਆ ਜਾਵੇ, ਜੇ 200-250 ਕਿਲੋਮੀਟਰ ਦਾ ਅਸੀਂ ਦੇਖੀਏ ਡਿਸਟੈਂਸ, ਉਹ ਏਰੋਪਲੇਨ ਲਈ, ਜਹਾਜ਼ਾਂ ਲਈ, ਫਾਈਟਰ ਪਲੇਨਾਂ ਲਈ ਕੋਈ ਜ਼ਿਆਦਾ ਨਹੀਂ ਹੁੰਦਾ ਹੈਗਾ। ਤਾਂ ਉਸ ਤਰ੍ਹਾਂ ਦੀ ਸਾਡੇ ਲਈ ਤਿਆਰੀ ਹੋਣੀ ਜ਼ਰੂਰੀ ਹੈ। ਬਟ ਅੱਜ ਅਸੀਂ 1971 ਨਹੀਂ, ਅੱਜ ਅਸੀਂ 2023 'ਚ ਖੜ੍ਹੇ। ਸਾਡੇ ਲਈ ਐਂਟੀ ਮਿਜ਼ਾਈਲ ਹੈਗੀਆਂ ਨੇ, ਸਾਡੇ ਲਈ ਇਸ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ। ਉਹਨਾਂ ਵੱਲੋਂ ਕੰਸੈਂਟ ਮਿਲਣ 'ਤੇ, ਹਰੀ ਝੰਡੀ ਮਿਲਣ 'ਤੇ, ਜੇ ਸਾਡੀ ਤਿਆਰੀ ਪੂਰੀ ਹੈਗੀ ਹੈ, ਹੁਣ ਕੋਈ ਦਿੱਕਤ ਪਰੇਸ਼ਾਨੀ ਨਹੀਂ, ਤਾਂ ਅਸੀਂ ਕਿਤੇ ਨਾ ਕਿਤੇ ਟੈਕਨੋਲੋਜੀ ਨਾਲ ਸਾਨੂੰ ਸਥਾਪਿਤ ਕਰਨਾ ਸੀਗਾ। ਹਾਂ, ਪਾਣੀ ਦਾ ਕਿਤੇ ਨਾ ਕਿਤੇ ਪ੍ਰਬੰਧ ਹੈ ਜੋ ਇਰੀਗੇਸ਼ਨ ਡਿਪਾਰਟਮੈਂਟ ਹਰਿਆਣਾ ਵੱਲੋਂ ਉਹਨਾਂ ਨੇ ਕਿਤੇ ਨਾ ਕਿਤੇ ਟਾਈ ਅਪ ਕਰਿਆ ਔਰ ਨਾਲ ਹੀ ਇੱਕ ਜੁਆਇੰਟ ਵੈਂਚਰ ਤਿਆਰ ਕਰਿਆ ਪਬਲਿਕ ਸੈਕਟਰ ਯੂਨੀਅਨ, ਜੋ PSU ਹੈਗੇ ਨੇ ਸਾਡੇ ਆਲਰੇਡੀ, ਜਿਨ੍ਹਾਂ ਦਾ ਐਕਸਪੀਰੀਅੰਸ ਹੈ NTPC ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਵਿੱਚ ਆਲਰੇਡੀ ਐਕਸਪੀਰੀਅੰਸ ਹੈ, ਪਾਵਰ ਪਲਾਂਟ ਐਸਟੈਬਲਿਸ਼ ਕਰਵਾਏ ਨੇ ਔਰ ਵੈਲ ਸਟਰਕਚਰ ਉਹ ਕਿਤੇ ਨਾ ਕਿਤੇ ਤਿਆਰ ਕਰਕੇ ਉਹ ਬਿਜਲੀ ਦੀ ਬਹੁਤ ਵੱਡੀ ਇੱਕ એનર્ਜੀ ਆ ਜਨਰੇਟ ਕਰ ਰਹੇ ਨੇ। ਉਹ ਬਹੁਤ ਸਾਰੇ ਮੈਗਾਵਾਟ ਦੇ ਵਿੱਚ ਉਹ ਕਿਤੇ ਨਾ ਕਿਤੇ ਅੱਜ ਵੀ ਪ੍ਰੋਡਿਊਸ ਕਰ ਰਹੇ ਨੇ। ਉਹਨਾਂ ਦਾ ਐਕਸਪੀਰੀਅੰਸ, ਤਜਰਬਾ ਜਿਹੜਾ ਨਿਊਕਲੀਅਰ એનર્ਜੀ ਦੇ ਵਿੱਚ ਸਾਨੂੰ ਹੁਣ ਦੇਖਣ ਨੂੰ ਮਿਲੂਗਾ। ਔਰ 411 ਮੈਗਾਵਾਟ ਦੀ ਗੀਗਾਵਾਟ ਪੂਰੇ ਭਾਰਤ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਇਹ ਦੇਖਦੇ ਹਾਂ ਕਪੈਸਿਟੀ ਹੈ, ਜੋ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਰੈਵੋਲੂਸ਼ਨਸ ਲਿਆ ਸਕਦੀ ਹੈ। ਇੱਕ ਬਹੁਤ ਵੱਡਾ ਇੱਕ ਵੈਕਿਊਮ ਸੀਗਾ ਜਿੱਥੇ ਨਿਊਕਲੀਅਰ એનર્ਜੀ ਦਾ ਕੁੱਲ 1.5% ਹੀ ਸਾਨੂੰ ਦੇਖਣ ਨੂੰ ਮਿਲਦਾ ਸੀਗਾ, ਕੰਟਰੀਬਿਊਟ ਕਰ ਰਹੇ ਸੀਗੇ। ਹਾਲਾਂਕਿ ਬਾਕੀ ਖੇਤਰ ਦੇ ਵਿੱਚ, ਚਾਹੇ ਫੋਸਿਲ ਫਿਊਲ ਦੀ ਲਾ ਲਈਏ ਗੱਲ, ਜਿਹੜੇ ਸਾਡੇ ਰੀਨਿਊਏਬਲ ਹੈ ਨਹੀਂਗੇ, ਉਹਨਾਂ ਦੀ ਖਪਤ ਜ਼ਿਆਦਾ ਸੀਗੀ। ਤੇ ਇਸ ਲਈ ਨਿਊਕਲੀਅਰ ਪਾਵਰ ਪਲਾਂਟ ਦੀ ਨਾਰਥ ਇੰਡੀਆ ਦੇ ਵਿੱਚ ਜ਼ਰੂਰਤ ਸੀ। ਉਹਦੇ ਲਈ ਅਲਟਰਨੇਟ ਸਟਰਕਚਰਸ ਤਿਆਰ ਹੋ ਗਏ ਨੇ, ਵੈਂਚਰ ਤਿਆਰ ਹੋ ਗਏ ਨੇ, ਤਾਂ ਕਿਤੇ ਨਾ ਕਿਤੇ ਇਹ ਕਾਰਗਰ ਸਾਬਿਤ ਆਉਣ ਵਾਲੇ ਟਾਈਮ ਦੇ ਵਿੱਚ ਹੋ ਜਾਣੇ ਆ ਵੀ ਨੇ ਜੀ। ਇਹ ਉੱਤਰ ਭਾਰਤ ਦੇ ਵਿੱਚ ਕੇਂਦਰ ਸਰਕਾਰ ਨੇ ਪਹਿਲੀ ਵਾਰੀ ਇਹ ਇਨੀਸ਼ੀਏਟਿਵ ਲਿਆ ਹੈ ਤੇ ਇਹ ਹੋਣ ਲੱਗਾ ਹੈ।
ਇਹਦਾ ਉੱਤਰ ਭਾਰਤ ਨੂੰ ਕੀ ਫਾਇਦਾ ਹੋਏਗਾ, ਇਹ ਤੁਸੀਂ ਦੱਸੋ। ਕਿਉਂਕਿ ਜਦੋਂ ਵੀ ਕੋਈ ਪਾਵਰ ਪਲਾਂਟ ਲੱਗਦਾ ਹੈ ਤਾਂ ਉਹਨੂੰ ਇਹ ਤਾਂ ਹੈ ਨਹੀਂ ਕਿ ਜਿਸ ਏਰੀਏ 'ਚ ਲੱਗ ਰਿਹਾ ਉਸੇ 'ਚ ਉਹਨੂੰ ਫਾਇਦਾ ਹੁੰਦਾ, ਹੋਰ ਪੂਰੇ ਦੇਸ਼ 'ਚ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਆ। ਤੇ ਉੱਤਰ ਭਾਰਤ ਨੂੰ ਸਪੈਸੀਫਿਕਲੀ ਇਹਦਾ ਫਾਇਦਾ ਕੀ ਹੋਣ ਵਾਲਾ, ਇਹ ਤੁਸੀਂ ਦੱਸੋ। ਬਿਲਕੁਲ ਜੀ, ਦੇਖੋ ਬਿਨੇ ਜੀ, ਸਭ ਤੋਂ ਪਹਿਲਾਂ ਜਦੋਂ ਵੀ ਕੋਈ ਪਾਵਰ ਸਟੇਸ਼ਨ ਲੱਗਣੇ ਆ, ਚਾਹੇ ਅਸੀਂ ਛੋਟੇ ਪਾਵਰ ਸਟੇਸ਼ਨ ਦੀ ਗੱਲ ਕਰੀਏ, ਚਾਹੇ ਉਹ ਇੱਕ ਬਾਇਓਮਾਸ ਦਾ 10 ਮੈਗਾਵਾਟ ਦਾ ਬਾਇਓ ਰੀਨਿਊਏਬਲ ਜੋ ਪਾਵਰ ਪਲਾਂਟ ਹੈ, ਜਿੱਥੇ ਕਿ ਇੱਕ ਪਿੰਡਾਂ ਦੇ ਵਿੱਚ 10 ਪਿੰਡਾਂ ਤੋਂ ਆਪਣੇ ਫਿਊਲ ਚੱਕਦੇ 60 ਕਿਲੋਮੀਟਰ ਦੇ ਰੇਡੀਅਸ ਤੇ ਇੱਕ ਛੋਟਾ ਜਿਹਾ ਪ੍ਰੋਜੈਕਟ ਹੈ ਤਿਆਰ ਕਰ ਦਿੰਦੇ ਨੇ। ਉਹਦਾ ਸਿੱਧਾ ਫਾਇਦਾ ਉੱਥੋਂ ਦੇ ਲੋਕਲ ਇੰਡਸਟਰੀਜ਼ ਨੂੰ ਹੁੰਦਾ। ਸਭ ਤੋਂ ਵੱਡਾ ਫਾਇਦਾ ਕਿਤੇ ਨਾ ਕਿਤੇ ਆਪਣੇ ਕੱਟ ਦਿਖਦੇ ਨੇ, ਕਿਤੇ ਨਾ ਕਿਤੇ ਇੰਡਸਟਰੀ ਮਜਬੂਰ ਹੋ ਜਾਂਦੀ ਹੈ, ਉਹਨਾਂ ਨੂੰ ਆਪਣੇ ਪਾਵਰ ਸਟੇਸ਼ਨ ਖੜੇ ਕਰਨੇ ਪੈਂਦੇ ਨੇ, ਤੇ ਉਹ ਪਾਵਰ ਸਟੇਸ਼ਨ ਜੋ ਖੜੇ ਕਰ ਲੈਂਦੇ ਨੇ ਉਸ ਤਰ੍ਹਾਂ ਦੀ ਸਸਟੇਨੇਬਿਲਿਟੀ ਨਹੀਂ ਬਣਦੀ ਹੈ। ਕਿਤੇ ਨਾ ਕਿਤੇ ਇੰਡਸਟਰੀਜ਼ ਕੁਛ ਤਾਂ ਜੋ ਹੈ ਜਿਨ੍ਹਾਂ ਦੀ ਪ੍ਰੋਸੈਸ ਦੇ ਵਿੱਚ ਸਟੀਮ ਜਨਰੇਟ ਕਰਦੇ ਨੇ, ਉਹ ਸਟੀਮ ਨੂੰ ਕਿਤੇ ਨਾ ਕਿਤੇ ਉਹ ਸਟੀਮ ਲਾਈਨ ਨੂੰ ਕਿਤੇ ਨਾ ਕਿਤੇ ਪਾਵਰ ਦੇ ਵਿੱਚ ਯੂਜ਼ ਕਰ ਲੈਂਦੇ ਨੇ। ਜਿੱਥੇ ਉਸ ਤਰ੍ਹਾਂ ਦੀ ਰੈਲੀਵੈਂਸੀ ਨਹੀਂ ਬਣਦੀ, ਫਿਰ ਉਹ ਇੰਡਸਟਰੀਜ਼ ਨੂੰ ਕਿਤੇ ਨਾ ਕਿਤੇ ਉਹ ਲਾਇਬਿਲਟੀਜ਼ ਬਣ ਜਾਂਦੀਆਂ ਨੇ। ਜੇ ਇੰਡਸਟਰੀਜ਼ ਨੂੰ ਤੁਸੀਂ ਹੋਰ ਡਿਵੈਲਪ ਕਰਨਾ, ਜ਼ਿਆਦਾਤਰ ਕਮਰਸ਼ੀਅਲੀ ਯੂਜ਼ ਕਰਨ ਲਈ, ਇਹਦਾ ਸਭ ਤੋਂ ਵੱਡਾ ਫਾਇਦਾ, ਕਿਉਂਕਿ ਦਿੱਲੀ ਇੱਕ ਕਮਰਸ਼ੀਅਲ ਏਰੀਆ, ਮੈਟਰੋ ਸਿਟੀ ਹੈ, ਉੱਥੇ ਇੰਡਸਟਰੀਜ਼ ਨੇ, ਹੱਬ ਹੈ ਇੰਡਸਟਰੀਜ਼ ਦਾ ਨੇੜੇ ਤੇੜੇ, ਤੇ ਉਹਨਾਂ ਨੂੰ ਜੇ ਸਪਲਾਈ ਚੇਨ ਇਹ ਮਿਲਦੀ ਹੈ, ਇਹਦਾ ਬਹੁਤ ਵੱਡਾ ਇੱਕ ਫਾਇਦਾ ਆਉਣ ਵਾਲੇ ਟਾਈਮ ਦੇ ਵਿੱਚ ਹੋਊਗਾ। ਔਰ ਰੁਜ਼ਗਾਰ ਦਾ ਵੀ ਇੱਕ ਸਿੱਧੇ ਤੌਰ ਤੇ, ਕਿਉਂਕਿ ਇਹ ਹੁਣ 700 ਮੈਗਾਵਾਟ ਦੇ ਪਲਾਂਟਸ ਸ਼ੁਰੂ ਕਰੇ, ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਨਵੇਂ ਜੋ ਇਹ ਕਾਮਯਾਬ ਹੋ ਜਾਂਦੇ ਨੇ, ਇਹਦੇ ਪੈਰਲਰ ਦੇ ਵਿੱਚ ਖੜੇ ਹੋ ਜਾਣਗੇ, ਕਿਉਂਕਿ ਇੱਕ ਸਟਰਕਚਰ ਤਿਆਰ ਹੋ ਜਾਂਦਾ ਹੈ। ਇਰੀਗੇਸ਼ਨ ਡਿਪਾਰਟਮੈਂਟ ਨਾਲ ਟਾਈ ਅਪ ਹੋ ਗਿਆ, ਉਹਨਾਂ ਨੇ ਜੋ ਵੈਂਟਸ ਵਗੈਰਾ ਕੱਢਣੀਆਂ ਨੇ ਪਾਣੀ ਦੀ, ਕਿਉਂਕਿ ਇੱਥੇ ਹੀਟ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਜੋ ਪਾਣੀ ਹੈ D2O, ਇੱਕ ਹੁੰਦਾ ਆਮ ਪਾਣੀ H2O, ਇੱਕ ਹੁੰਦਾ D2O। 7000 ਬੂੰਦਾਂ ਦੇ ਵਿੱਚ ਇੱਕ ਬੂੰਦ ਜਿਹੜੀ D2O ਦੀ ਬਣਦੀ ਆ, ਇਹਦੀ ਸਪੈਸ਼ਲ ਇੱਕ ਰੈਲੀਵੈਂਟ ਇਹਦੀ ਸਪੈਸ਼ਲ ਪ੍ਰੈਪਰੇਸ਼ਨ ਕਰਨੀ ਪੈਂਦੀ ਆ। ਉਹ ਸਪੈਸ਼ਲ ਪਾਣੀ ਜੋ ਹੈਗਾ ਕਿਤੇ ਨਾ ਕਿਤੇ ਇਹਨੂੰ ਹੀਟ ਨੂੰ ਪੂਰਾ ਕੂਲੈਂਟ ਲਿਆਉਣ ਲਈ ਲੰਬੀ ਜੋ ਕੈਨਲਸ ਖੜੀਆਂ ਕਰਨੀਆਂ ਪੈਂਦੀਆਂ ਡਿਸਟੈਂਸ ਤੇ। ਇਹ ਸਾਰਾ ਜੋ ਇੱਕ ਵਾਰ ਸਟਰਕਚਰ ਤਿਆਰ ਹੋ ਗਿਆ, ਇੱਕ ਵਾਰ ਫਿਰ ਉਹਨੂੰ ਅੱਗੇ ਪ੍ਰੋਸੀਡ ਕਰਨਾ, ਐਕਸਪੈਂਸ਼ਨ ਕਰਨੀ ਉਹ ਈਜੀ ਹੋ ਜੂਗੀ। ਕਿਉਂਕਿ ਇੱਕ ਵਾਰ ਜੇ ਅਸੀਂ 700 ਮੈਗਾਵਾਟ ਦੇ ਦੋ ਜੋ ਪ੍ਰੋਜੈਕਟਸ ਹੈ, ਜੇ ਤੇ ਅਸੀਂ ਕਾਮਯਾਬੀ ਹਾਸਲ ਕਰ ਲਈ, ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਇਹਦੇ ਰੈਲੀਵੈਂਟ ਅਸੀਂ ਸਟਰਕਚਰਸ ਖੜੀਆਂ ਕਰ ਸਕਦੇ ਹਾਂ। ਔਰ ਇਹ ਰਿਐਕਟਰਸ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਇੰਡਸਟਰੀ ਨੂੰ ਬੂਮ ਲਿਆਉਣ ਦੇ ਵਿੱਚ ਕਾਮਯਾਬੀ ਅਸੀਂ ਹਾਸਲ ਹੁੰਦੀ ਦੇਖ ਸਕਦੇ ਹਾਂ। ਵਿਨੇ ਜੀ, ਤਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿੱਚ ਜਿਹੜੇ ਪਹਿਲਾ ਪਲਾਂਟ ਲੱਗੇ ਹੋਏ ਨੇ, ਉਹਨਾਂ 'ਚ ਤਾਂ 10 ਜਿਹੜੇ ਹੈਗੇ ਆ ਉਹ ਰਿਐਕਟਰਸ ਲਾਏ ਗਏ ਨੇ, ਤਕਰੀਬਨ 700 ਮੈਗਾਵਾਟ ਦੇ 10 ਰਿਐਕਟਰ ਲਾਏ ਗਏ ਨੇ। ਆਪਣੇ ਇੱਥੇ ਫਿਲਹਾਲ ਉੱਤਰ ਭਾਰਤ ਦੇ ਵਿੱਚ 2 ਲਾਉਣ ਦੀ ਸੋਚਿਆ ਗਿਆ ਹੈ, ਤੇ ਇੱਥੇ ਕਿਉਂ ਨਹੀਂ 10 ਲੱਗ ਸਕਦੇ ਸੀ? ਨਹੀਂ, ਬਿਲਕੁਲ ਜੀ, ਦੇਖੋ ਮੈਂ ਵਿਨੇ ਜੀ ਕਹਿ ਰਿਹਾ ਸੀਗਾ ਇਹੀ, ਜਦੋਂ ਵੀ ਕੋਈ ਚੀਜ਼ ਅਸੀਂ ਸ਼ੁਰੂਆਤੀ ਤੌਰ ਤੇ ਸਟਾਰਟਅਪ ਕਰਦੇ ਹਾਂ, ਕਿਉਂਕਿ ਕੰਪਨੀਆਂ ਨਾਲ ਟਾਈਪ ਹੋ ਰਿਹਾ, ਇਹਦੇ ਵਿੱਚ PSU ਵੀ ਆਪਣਾ ਰੋਲ ਨਿਭਾਊਗੀ, ਇਹਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਵੀ ਆਣਗੇ, ਇਹਦੇ ਵਿੱਚ ਹੋਰ ਵੀ ਇਹਦੇ ਪੈਰਲਰ ਦੇ ਵਿੱਚ ਜੋ ਕੰਪਨੀਆਂ ਨੇ ਉਹਨਾਂ ਨੂੰ ਟੈਂਡਰਸ ਕੱਢਦੇ ਆ, ਉਹਦੇ ਵਿੱਚ ਹੀਟ ਐਕਸਚੇਂਜਰ ਜੋ ਵੀ ਇਹਨਾਂ ਨੇ ਵੱਡੇ ਸਟੀਮ ਜਨਰੇਟਰ ਜੋ ਵੀ ਇਹਨਾਂ ਨੇ ਚੀਜ਼ਾਂ ਇਹਦੇ ਪੈਰਲਰ ਦੇ ਵਿੱਚ ਜੋ ਇਕਵਿਪਮੈਂਟਸ ਯੂਜ਼ ਹੋਣੇ ਨੇ, ਉਹਦੇ ਪਰਚੇਜ ਆਰਡਰ ਜਾਰੀ ਕਰਤੇ ਨੇ। ਤੇ ਉਹ ਜਦੋਂ ਪਰਚੇਜ ਆਰਡਰ ਜਾਰੀ ਹੁੰਦੇ ਆ, ਕੋਟੇਸ਼ਨਾਂ ਕੱਢਦੇ ਨੇ, ਜਦੋਂ ਚੀਜ਼ਾਂ ਦੀ ਸੂਟੇਬਿਲਿਟੀ ਬਣਦੀ ਹੈ, ਹੌਲੀ ਹੌਲੀ ਐਕਸਪੈਂਸ਼ਨਸ ਹੋਣਗੀਆਂ। ਇੱਕ ਵਾਰ ਗਰਾਊਂਡ ਰੂਟ ਤੇ ਸਾਨੂੰ ਸਟਰਕਚਰ ਤਿਆਰ ਕਰਨ ਦੀ ਪਹਿਲਾਂ ਜ਼ਰੂਰਤ ਪੈਂਦੀ ਹੈ, ਜਦੋਂ ਟ੍ਰਾਇਲ ਪਾਸ ਹੋਣ ਹੋ ਜਾਂਦੇ ਨੇ, ਫਿਰ ਉਹ ਕਿਤੇ ਨਾ ਕਿਤੇ ਐਕਸਪੈਂਸ਼ਨ ਕਰਨ ਦੀ ਕੋਈ ਐਡੀ ਦਿੱਕਤ ਨਹੀਂ ਰਹਿੰਦੀ, ਕਿਉਂਕਿ ਆਲਰੇਡੀ ਤੁਹਾਡੇ ਬੈਕ ਐਂਡ ਤੇ ਪੂਰੀ ਸਟਰਕਚਰ ਤੁਹਾਡੇ ਲਈ ਰੈਡੀ ਹੈ, ਮੈਨ ਪਾਵਰ ਹੈ, ਟੀਮ ਹੈ, ਤੁਹਾਡੇ ਲਈ EMPLOYEES ਹੈਗੇ ਨੇ, ਤੇ ਤੁਹਾਡੀਆਂ ਆਲਰੇਡੀ ਅਪਰੂਵਲਸ ਮਿਲ ਗਈਆਂ ਨੇ, ਐਟੋਮਿਕ ਡਿਪਾਰਟਮੈਂਟਸ ਤੋਂ ਅਪਰੂਵਲਸ ਮਿਲ ਗਈਆਂ ਨੇ, ਤੇ ਅੱਗੇ PSU ਦਾ ਹੈਂਡ ਹੋਲਡਿੰਗ ਸਪੋਰਟ ਆ ਬਹੁਤ ਵੱਡਾ। ਇੱਕ ਜਦੋਂ ਇਸ ਤਰ੍ਹਾਂ ਦਾ ਇੰਨਾ ਹਾਈ ਲੈਵਲ ਤੇ ਸਟਰਕਚਰ ਤਿਆਰ ਹੋ ਗਿਆ, ਤਾਂ ਕੇਂਦਰ ਸਰਕਾਰ ਦੀ ਬਹੁਤ ਵੱਡੀ ਇਹ ਯੋਜਨਾ ਹੈਗੀ ਹੈ, ਜਿਹਦੇ ਕੇਂਦਰ ਸਰਕਾਰ ਨੇ 5000 ਕਰੋੜ ਹੁਣ ਤੱਕ ਇਹਦੇ ਖਰਚ ਦਿੱਤਾ, ਔਰ ਆਉਣ ਵਾਲੇ ਟਾਈਮ ਦੇ 20000 ਕਰੋੜ ਤੱਕ ਇਹਨਾਂ ਨੇ ਲੈ ਕੇ ਜਾਣਾ। ਤੇ ਇਸ ਤਰ੍ਹਾਂ ਦੀਆਂ ਜੋ ਕਿਤੇ ਨਾ ਕਿਤੇ ਟੈਕਨੋਲੋਜੀ ਨਾਲ ਇਵੋਲਵ ਹੁੰਦੀਆਂ ਕੇਂਦਰ ਸਰਕਾਰ ਵੱਲੋਂ ਉਪਰਾਲੇ ਕਰੇ ਜਾ ਰਹੇ ਨੇ, ਉਹ ਕਾਰਗਰ ਸਾਬਿਤ ਹੋਣੇ, ਔਰ ਐਨਰਜੀ ਦਾ ਇੱਕ ਰੈਵੋਲੂਸ਼ਨ ਸਾਨੂੰ ਦੇਖਣ ਨੂੰ ਮਿਲ ਸਕਦਾ। ਵਿਨੇ ਜੀ, ਜਿਹੜੇ ਪਹਿਲਾ ਪਾਵਰ ਪਲਾਂਟਸ ਆ ਜਿੰਨੇ ਹੈਗੇ ਉਹ ਤਕਰੀਬਨ ਸਰਕਾਰੀ ਨੇ ਸਾਰੇ। ਹਾਂਜੀ, ਮਤਲਬ ਜੋ ਮੈਂ ਹਜੇ ਤੱਕ ਪੜ੍ਹਿਆ ਉਹਦੇ 'ਚ ਸਰਕਾਰੀ ਨੇ ਸਾਰੇ, ਜਿਹੜੇ ਆਂਧਰਾ ਪ੍ਰਦੇਸ਼ 'ਚ ਹੈ, ਜੋ ਵੀ ਗੁਜਰਾਤ ਦੇ ਵਿੱਚ ਹੈ, ਸਾਰੇ ਤਕਰੀਬਨ ਸਰਕਾਰੀ ਹੈ। ਤੇ ਇੱਥੇ ਆਪਾਂ ਸਹਿਯੋਗ ਕਿਉਂ ਲਿਆ? ਬਿਲਕੁਲ ਜੀ, ਦੇਖੋ ਇਹ ਸਹਿਯੋਗ ਜੋ ਲਿਆ, ਉਰੇ ਵੀ ਇਹ ਸਰਕਾਰੀ ਕੰਪਨੀਆਂ ਇਹਦਾ ਸਹਿਯੋਗ ਹੀ ਹੈ। ਪਬਲਿਕ ਸੈਕਟਰ ਜੋ ਹੈ, ਇਹ PSU ਜੋ ਹੈਗਾ, ਇਹ ਵੀ ਸਰਕਾਰ ਦਾ ਇੱਕ ਅਦਾਰਾ ਹੈ,
ਤੇ ਇਹਨੂੰ ਸਿੱਧੀ ਸਿੱਧੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ ਔਰ ਇਹ ਬਹੁਤ ਅੱਛਾ ਆਪਣਾ ਐਨਟੀਪੀਸੀ ਦੇ ਵਿੱਚ ਰੋਲ ਨਿਭਾ ਚੁੱਕੇ ਨੇ। ਇਸ ਤਰ੍ਹਾਂ ਦੇ ਪਾਵਰ ਪਲਾਂਟ ਖੜੇ ਕਰਨ ਦੇ ਵਿੱਚ ਇਹਨਾਂ ਦੀ ਐਕਸਪਰਟੀ ਹੈਗੀ ਹੈ। ਇੱਥੇ ਵੀ ਗਵਰਨਮੈਂਟ ਅਦਾਰਿਆਂ ਨਾਲ, ਗਵਰਨਮੈਂਟ ਇਰੀਗੇਸ਼ਨ ਡਿਪਾਰਟਮੈਂਟਸ ਨਾਲ ਹੀ ਟਾਈ ਅਪ ਹੋਇਆ ਇਹਨਾਂ ਦਾ। ਔਰ ਜੋ ਪੈਰਲਲ ਦੇ ਵਿੱਚ ਪ੍ਰਾਈਵੇਟ ਖੇਤਰ ਨੂੰ ਇਹ ਫਾਇਦਾ ਹੋ ਸਕਦਾ, ਉਹਦੇ ਪੈਰਲਲ ਦੇ ਵਿੱਚ ਜੋ ਇਕਵਿਪਮੈਂਟਸ ਚਾਹੀਦੇ ਨੇ ਸਾਨੂੰ, ਜੋ ਪੈਰਲਲ 'ਚ ਆਊਟਸੋਰਸਿੰਗ ਕਰਨਗੇ, ਇਹ ਕਿਤੇ ਨਾ ਕਿਤੇ ਉਹਨਾਂ ਦੇ ਸਪੋਰਟਿੰਗ ਸਟਰਕਚਰ ਦੇ ਵਿੱਚ ਟੀਮ ਦਾ ਸਹਾਰਾ ਲੈ ਸਕਦੇ ਨੇ ਆਊਟਸੋਰਸਿੰਗ ਦੇ ਵਿੱਚ। ਵਿਨੇ ਜੀ 2015-16 ਚ ਜਾਂ ਉਸ ਤੋਂ ਪਹਿਲਾਂ ਜਿਹੜੀ ਆਲਰੇਡੀ ਪਾਵਰ ਪਲਾਂਟ ਜਿਹੜੇ ਲੱਗੇ ਹੋਏ ਆ ਨਿਊਕਲੀਅਰ ਪਾਵਰ ਪਲਾਂਟ, ਤੇ ਉਹਨਾਂ ਦੀ ਜਿਹੜੀ ਕਹਿ ਜਾ ਸਕਦੀ ਜਿਹੜੀ ਕੈਪੈਸਿਟੀ ਸੀਗੀ, ਖਮਤਾ ਜਿਹੜੀ ਸੀਗੀ, ਉਹਦੇ ਨਾਲੋਂ ਤਕਰੀਬਨ ਵੱਧ ਹੀ ਉਹ ਐਨਰਜੀ ਡਿਵੈਲਪ ਕਰ ਰਹੇ ਜਾਂ ਪੈਦਾ ਕਰ ਰਹੇ ਨੇ। ਤੇ ਹੁਣ ਜਿਹੜਾ ਉੱਤਰ ਭਾਰਤ ਦੇ ਵਿੱਚ ਪਾਵਰ ਪਲਾਂਟ ਲੱਗਣ ਲੱਗਾ, ਇਹਦੇ ਤੋਂ ਐਨਰਜੀ ਤਾਂ ਜੋ ਪੈਦਾ ਹੋਏਗੀ ਜਾਂ ਜੋ ਬਿਜਲੀ ਯੂਨਿਟਸ ਜਿਹੜੇ ਹੈਗੇ ਆ ਉਹ ਬਣਨਗੇ, ਲੇਕਿਨ ਉਸ ਦਾ ਲੋਕਲ ਜਿਹੜੀ ਆਬਾਦੀ ਹੈ, ਨੇੜੇ ਤੇੜੇ ਦੀ ਜਿਹੜੀ ਆਬਾਦੀ ਹੈ, ਜਾਂ ਕਹਿ ਲਓ ਤੁਸੀਂ 12-13 ਕਿਲੋਮੀਟਰ ਦੀ ਜਿਹੜੀ ਆਬਾਦੀ ਹੈ, ਉਹਨਾਂ ਨੂੰ ਉਹਦਾ ਕੁਝ, ਕਿਉਂਕਿ ਲੋਕ ਜਦੋਂ ਨਿਊਕਲੀਅਰ ਦਾ ਨਾਂ ਆਉਂਦਾ ਨਾ ਲੋਕਾਂ ਦੇ ਸਾਹਮਣੇ, ਉਦੋਂ ਲੋਕਾਂ ਨੂੰ ਇਹ ਡਰ ਲੱਗਣ ਲੱਗ ਪੈਂਦਾ, ਕਿਉਂਕਿ ਨਿਊਕਲੀਅਰ ਨਾਂ ਹੀ ਇਦਾਂ ਦਾ ਜਿੱਦਾਂ ਐਟੋਮਿਕ ਪਾਵਰ ਜਿੱਦਾਂ ਹੁੰਦੀ ਨਾ, ਉਹਦੇ ਤੇ ਬਿਜਲੀ ਤਾਂ ਬਾਅਦ ਦੀ ਗੱਲ ਹੈ। ਐਟੋਮਿਕ ਪਾਵਰ ਦਾ ਜਦੋਂ ਜ਼ਿਕਰ ਆਉਂਦਾ ਤਾਂ ਨਿਊਕਲੀਅਰ ਦੀ ਗੱਲ ਆਉਂਦੀ ਹੈ, ਤੇ ਉਹ ਤਾਂ ਕਰਕੇ ਲੋਕਾਂ ਦੇ ਦਿਲ 'ਚ ਨਾ ਇੱਕ ਡਰ ਹੁੰਦਾ। ਕੀ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਇਹਦੇ 'ਚ ਡਰਨਾ ਚਾਹੀਦਾ? ਨਹੀਂ, ਦੇਖੋ ਇਹ ਕਿਤੇ ਨਾ ਕਿਤੇ ਜਾਣਕਾਰੀ ਦਾ ਅਭਾਵ ਹੈਗਾ ਵਿਨੇ ਜੀ। ਦੇਖੋ ਟੈਕਨੋਲੋਜੀ ਨੇ ਤਾਂ ਆਉਣਾ, ਤੁਸੀਂ ਤਾਂ ਇੱਥੇ ਬਹੁਤ ਘੱਟ 1% ਮੈਂ ਤੁਹਾਨੂੰ ਦੱਸ ਰਿਹਾ, ਵਰਲਡ ਦੇ ਵਿੱਚ ਜਰਮਨੀ ਔਰ USA ਸਭ ਤੋਂ ਜ਼ਿਆਦਾ ਇਹਦੀ ਪ੍ਰੋਡਕਸ਼ਨਸ ਜਿਹੜੀ ਆ ਉਹ ਨਿਊਕਲੀਅਰ ਤੋਂ ਹੀ ਕਰਦਾ। ਇੱਥੇ ਸਿਰਫ ਜਾਣਕਾਰੀ ਦਾ ਅਭਾਵ ਹੈ। ਇਹ ਯੂਰੇਨੀਅਮ 235 ਦੀ ਅੱਗੇ ਜੋ ਚੇਨ ਰਿਐਕਸ਼ਨਸ ਹੁੰਦੀਆਂ ਕ੍ਰਿਪਟਨ ਤੇ ਬੇਰੀਅਮ ਦੇ ਵਿੱਚ ਟੁੱਟਦੀਆਂ ਨੇ, ਇਹ ਟੈਕਨੀਕਲੀ ਜੇ ਅਸੀਂ ਇਹਨੂੰ ਦੇਖੀਏ ਉਹਦੀਆਂ ਚੇਨ ਰਿਐਕਸ਼ਨਸ ਹੋਣੀਆਂ, ਨਿਊਟਰਨਸ ਨੇ ਟੁੱਟਣਾ, ਇਹ ਜਿਹੜੀ ਫਿਊਜ਼ਨ ਹੋਣੀ ਆ, ਇਹ ਇੱਕ ਕੈਮੀਕਲ ਆਪਣੀ ਇਹ ਰਿਐਕਸ਼ਨਸ ਹੁੰਦੀਆਂ ਨੇ ਅੱਗੇ, ਤੇ ਉਹ ਰਿਐਕਸ਼ਨਸ ਨੇ ਟੈਕਨੋਲੋਜੀ ਨੇ ਕਿਤੇ ਨਾ ਕਿਤੇ ਬਿਜਲੀ ਨੂੰ ਜਨਰੇਟ ਕਰਨਾ, ਹੀਟ ਬਣਾਉਣੀ ਹੈ। ਤੇ ਦੇਖੋ ਅੱਜ ਤੁਸੀਂ ਆਪਣੇ ਮੈਡੀਕਲ ਖੇਤਰ ਦੇ ਵਿੱਚ ਜਾਂਦੇ ਹੋ, ਐਕਸਰੇ ਕਰਾਉਂਦੇ ਹੋ, ਅਲਟਰਾਸਾਊਂਡ ਕਰਾਉਂਦੇ ਹੋ, ਰੇਡੀਏਸ਼ਨਾਂ ਤਾਂ ਉੱਥੇ ਵੀ ਹੁੰਦੀਆਂ ਨੇ, ਬੋਡੀ ਤੇ ਵੀ ਪੈਂਦੀਆਂ। ਅੱਜ ਤੁਸੀਂ ਬਾਹਰ ਵਗ ਜਾਓ, ਤੁਹਾਡੇ ਲਈ ਵੀ EM ਵੇਵਸ ਜਿਹੜੀਆਂ ਦੇਖਦੇ ਆ ਤੁਸੀਂ, ਜਿਹੜਾ ਕਿ ਪੰਛੀਆਂ ਦੇ ਅਸਰ ਹੁੰਦਾ, ਚਿੜੀਆਂ ਤੁਸੀਂ ਦੇਖੋਗੇ ਘੱਟ ਹੋ ਗਈਆਂ। ਰੇਡੀਏਸ਼ਨਸ ਜਦੋਂ ਹੁਣ ਟੈਕਨੋਲੋਜੀ ਇਵੋਲਵ ਹੋ ਰਹੀ ਹੈ, ਰੇਡੀਏਸ਼ਨਾਂ ਤਾਂ ਸਾਨੂੰ ਚਾਰੇ ਪਾਸੇ ਘੇਰਿਆ ਹੀ ਹੋਇਆ। ਇੰਨਾ ਅਸੀਂ ਆਪਣੇ ਆਪ ਨੂੰ ਪ੍ਰੀਵੈਂਟਿਵ ਕਰਕੇ ਨਹੀਂ ਚੱਲ ਸਕਦੇ, ਕਿਉਂਕਿ ਟੈਕਨੋਲੋਜੀ ਇਵੋਲਵ ਹੋ ਰਹੀ ਹੈ। ਉਹਦਾ ਕਿਤੇ ਨਾ ਕਿਤੇ ਬੋਡੀ ਨੇ ਆਟੋਮੈਟਿਕਲੀ ਐਂਟੀਬੋਡੀਜ਼ ਉਹ ਤਿਆਰ ਕਰ ਲੈਣੀਆਂ ਨੇ। ਉਸ ਤਰ੍ਹਾਂ ਦਾ ਸਾਡਾ ਰਹਿਣਾ ਸਹਿਣਾ ਬਣ ਗਿਆ, ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਟੈਕਨੋਲੋਜੀ ਨੇ ਹੋਰ ਗਾਹਾਂ ਲੈ ਕੇ ਜਾਣਾ ਆਪਣੇ ਆਪ ਨੂੰ। ਇਸ ਕਰਕੇ ਜੋ ਕੋਈ ਵੀ ਇਸ ਤਰ੍ਹਾਂ ਦੇ ਪਲਾਂਟਸ ਯੂਨਿਟਾਂ ਲੱਗਦੀਆਂ ਨੇ ਜਿੱਥੇ ਸਾਨੂੰ ਰੇਡੀਏਸ਼ਨਾਂ ਦਾ ਡਰ ਹੁੰਦਾ, ਉਹ ਨਿਊਕਲੀਅਰ ਰਿਐਕਟਰ ਦੀ ਅਸੀਂ ਗੱਲ ਆਖਦੇ ਹਾਂ, ਤਾਂ ਉੱਥੇ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਪ੍ਰੈਪਰੇਸ਼ਨ, ਤਿਆਰੀ, ਐਕਸਪੀਰੀਅੰਸ, ਤਜਰਬੇਕਾਰ ਜੇ PSU ਵਰਗੇ ਜੋ ਕੰਪਨੀਆਂ ਹੈਗੀਆਂ ਨੇ, ਸਰਕਾਰੀ ਕੰਪਨੀਆਂ, ਉਹ ਆਪਣਾ ਰੋਲ ਨਿਭਾਉਣਗੀਆਂ। ਔਰ ਇਸ ਤਰ੍ਹਾਂ ਦੀ ਮੈਨੂੰ ਨਹੀਂ ਲੱਗਦਾ ਕੋਈ ਦਿੱਕਤ ਪਰੇਸ਼ਾਨੀ ਆਊ, ਕਿਉਂਕਿ ਆਲਰੇਡੀ ਉਹਨਾਂ ਦੇ ਪ੍ਰੋਜੈਕਟ ਟ੍ਰਾਇਲਸ ਨੇ ਜਿਹੜੇ ਕਿਤੇ ਨਾ ਕਿਤੇ ਸਾਊਥ ਦੇ ਵਿੱਚ ਚੱਲ ਰਹੇ ਨੇ। 700 ਮੈਗਾਵਾਟ ਦੇ, 1000 ਮੈਗਾਵਾਟ ਦੇ ਮਹਾਰਾਸ਼ਟਰ 'ਚ ਚੱਲ ਰਹੇ ਨੇ, ਤਾਰਾਪੁਰ ਦੇ ਵਿੱਚ ਚੱਲ ਰਹੇ ਨੇ, ਆਲਰੇਡੀ ਕਾਮਯਾਬ ਹੋ ਗਏ ਨੇ। ਜਦੋਂ ਉੱਥੇ ਕੋਈ ਦਿੱਕਤ ਨਹੀਂ ਆਈ, ਉੱਥੇ ਤਾਂ ਅਰਬਨ ਲੋਕ ਹੈਗੇ ਨੇ, ਉੱਥੇ ਬੜੇ ਕੌਨਸ਼ੀਅਸ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ, ਤੇ ਆਲਰੇਡੀ ਇਹ ਚੀਜ਼ਾਂ ਪਾਸ ਹੋਣ ਹੋਣਗੀਆਂ। ਜਦੋਂ ਟੈਕਨੋਲੋਜੀ ਨਵੀਂ ਆਉਂਦੀ ਹੈ ਉਦੋਂ ਡਰ ਹੁੰਦਾ, ਕਿਉਂਕਿ ਆਲਰੇਡੀ ਨਿਊਕਲੀਅਰ ਰਿਐਕਟਰ ਨਾਲ ਬਿਜਲੀ ਬਣਾਈ ਜਾ ਰਹੀ ਹੈ, ਪ੍ਰਾਪਤ ਕਰ ਰਹੇ ਹਾਂ ਅਸੀਂ। ਨਾਰਥ ਦੇ ਵਿੱਚ ਪਹਿਲੀ ਵਾਰ ਆ ਰਹੀ ਆ, ਉਹ 'ਚ ਕੋਈ ਦੁਹਰਾਈ ਨਹੀਂ ਹੈ, ਬਟ ਇਹਦੇ ਨਾਲ ਕੋਈ ਰਿਸਕ ਫੈਕਟਰ ਵਾਲੀ ਉਹਨਾਂ ਦੀ ਸੇਫਟੀ ਕੰਸਰਨ ਜੋ ਟੀਮਾਂ ਹੈਗੀਆਂ ਨੇ ਉਹਦਾ ਪਹਿਲਾਂ ਹੀ ਪਲਾਨ ਆਊਟ ਕਰਕੇ ਚੱਲਦੀਆਂ ਨੇ, ਔਰ ਇਸ ਤਰ੍ਹਾਂ ਦੀ ਕੋਈ ਦਿੱਕਤ ਆਣੀ ਨਹੀਂ। ਔਰ ਨੇੜੇ ਦੇ ਖੇਤਰਾਂ ਨੂੰ ਰੁਜ਼ਗਾਰ ਹੀ ਮਿਲਣਾ ਸਭ ਤੋਂ ਵੱਡਾ ਇੱਕ ਫਾਇਦਾ ਹੋਊਗਾ। ਇੰਡਸਟਰੀ ਨੂੰ ਫਾਇਦਾ ਹੋਣਾ, ਉਹਨਾਂ ਨੂੰ ਬਿਜਲੀ ਮਿਲਣੀ ਹੈ, ਐਨਰਜੀ ਮਿਲਣੀ ਹੈ, ਇਹਦਾ ਫਾਇਦਾ ਕਿਤੇ ਨਾ ਕਿਤੇ ਮੂਲ ਰੂਪ ਦੇ ਵਿੱਚ ਸਟੇਕ ਹੋਲਡਰਾਂ ਨੂੰ ਹੀ ਹੋਣਾ ਹੈ ਵਿਨੇ ਜੀ। ਕਿਉਂਕਿ ਨਾਰਦਰਨ ਇੰਡੀਆ ਦੇ ਵਿੱਚ ਸਟੇਟਸ ਜਿਹੜੀਆਂ ਹੈਗੀਆਂ, ਜਿੱਦਾਂ ਪੰਜਾਬ ਹੋ ਗਿਆ, ਹਰਿਆਣਾ ਹੋ ਗਏ, ਹਿਮਾਚਲ ਹੋ ਗਈ, ਹੋਰ ਕਈ ਜਿਹੜੀਆਂ ਸਟੇਟਸ ਹੈਗੀਆਂ, ਇੱਥੇ ਆਲਰੇਡੀ ਬਿਜਲੀ ਦੀ ਤੰਗੀ ਹੈਗੀ ਹੈ। ਹਾਂਜੀ, ਕਿਉਂਕਿ ਗਰਮੀ ਦੇ ਦਿਨਾਂ ਦੇ ਵਿੱਚ ਕੱਟ ਲੱਗਦੇ ਨੇ, ਬਹੁਤ ਸਾਰਾ ਬਹੁਤ ਜਿਹੜੀ ਤੰਗੀ ਹੈਗੀ ਖਾਸ ਕਰ ਪੇਂਡੂ ਖੇਤਰਾਂ ਨੂੰ, ਕਿਉਂਕਿ ਉਹਨਾਂ ਦਿਨਾਂ 'ਚ ਪੇਂਡੂ ਖੇਤਰਾਂ ਨੂੰ ਖੇਤਾਂ ਵਾਸਤੇ ਵੀ ਬਿਜਲੀ ਚਾਹੀਦੀ ਹੈ, ਮੋਟਰਾਂ ਵਾਸਤੇ ਬਿਜਲੀ ਚਾਹੀਦੀ ਹੈ, ਘਰਾਂ ਦੇ ਵਿੱਚ ਬਿਜਲੀ ਚਾਹੀਦੀ ਹੈ। ਹੁਣ ਕਿ ਸ਼ਹਿਰਾਂ ਦੇ ਖੇਤਰ ਦੇ ਵਿੱਚ, ਸ਼ਹਿਰਾਂ ਦੇ ਵਿੱਚ ਤੇ AC ਵਗੈਰਾ ਚੱਲਣੇ ਆ, ਹੋਰ ਕਈ ਜਿਹੜੇ ਯੰਤਰ ਹੈਗੇ ਉਹ ਚੱਲਣੇ, ਦਫ਼ਤਰ ਵੱਡੇ ਵੱਡੇ ਹੈਗੇ ਆ, ਤੇ ਬਿਜਲੀ ਦੀ ਖਪਤ ਜਿੰਨੀ ਕਿ ਸ਼ਹਿਰਾਂ ਦੇ ਵਿੱਚ ਆ ਉਨੀ ਹੀ ਪਿੰਡਾਂ ਦੇ ਵਿੱਚ ਆ, ਕਿਉਂਕਿ ਪਿੰਡਾਂ ਦੇ ਵਿੱਚ ਭਾਵੇਂ ਘਰਾਂ 'ਚ ਨਹੀਂ ਹੈਗੀ ਤੇ ਉਹ ਮੋਟਰਾਂ ਤੇ ਆ। ਤੇ ਇਹ ਜਿਹੜਾ ਪਾਵਰ ਪਲਾਂਟ ਹੁਣ ਲੱਗਣ ਜਾ ਰਿਹਾ ਜਾਂ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਲੱਗਣ ਜਾ ਰਿਹਾ, ਬਾਕੀ ਪਾਵਰ ਪਲਾਂਟ ਜਿਹੜੇ ਆਲਰੇਡੀ ਲੱਗੇ ਹੋਏ ਆ ਜਾਂ ਜਿਹਨੂੰ ਆਪਾਂ ਕਹਿ ਦਈਏ ਜਿਹੜੇ ਪਨ ਬਿਜਲੀ ਵਾਲੇ ਜਿਹੜੇ ਹੈਗੇ ਆ, ਤੇ ਉਹਨਾਂ ਤੋਂ
ਇਹਦੇ ਚ ਕੀ ਵੱਖਰੇਵਾਂ ਆ? ਬਿਲਕੁਲ ਜੀ, ਵੱਖਰਾਪਨ ਕੀ ਹੈ? ਹਾਂ, ਸਭ ਤੋਂ ਵੱਡਾ ਵੱਖਰਾਪਨ ਇਹੀ ਹੈ, ਨੌਨ ਫੋਸੀ ਫਿਊਲ ਕਿਹਾ ਜਾਂਦਾ ਹੈ, ਕਿਤੇ ਨਾ ਕਿਤੇ ਰੀਨਿਊਏਬਲ એનર્ਜੀ ਹੈ ਜੀ। ਇਹ ਸਭ ਤੋਂ ਵੱਡਾ ਇਹਦੇ ਕੰਮ ਹੋ ਰਿਹਾ। ਇਹਦੇ ਵਿੱਚ ਵਰਲਡ ਦੀਆਂ NGOs ਕੰਮ ਕਰ ਰਹੀਆਂ ਨੇ, ਕਿਤੇ ਨਾ ਕਿਤੇ એનર્ਜੀ ਜੋ ਸਸਟੇਨੇਬਿਲਟੀ ਦੇ ਕੰਮ ਕਰਦੀਆਂ ਨੇ, ਤੇ એનર્ਜੀ ਸਸਟੇਨੇਬਿਲਟੀ ਲਈ ਇਹ ਸਭ ਤੋਂ ਵੱਡਾ ਇੱਕ ਰੋਲ ਅਦਾ ਕਰ ਰਹੀਆਂ। ਜਿਹੜੇ ਤੁਸੀਂ ਬਾਕੀ ਥਰਮਲ ਪਲਾਂਟਸ ਦੀ ਗੱਲ ਕਰਦੇ ਹੋ, ਉਹਦੇ ਵਿੱਚ ਫੋਸੀ ਫਿਊਲ ਹੁੰਦਾ, ਕੋਇਲਾ ਹੁੰਦਾ, ਜਿਹੜੇ ਨੈਚੁਰਲ ਰਿਸੋਰਸਿਸ ਅਸੀਂ ਜ਼ਮੀਨ ਚੋਂ ਕੱਢਦੇ ਆ, ਉਹਦੀ ਲਿਮਟ ਹੈ। ਤੁਹਾਨੂੰ ਪਤਾ ਹੈ ਇਹ ਚੀਜ਼, ਕਿਤੇ ਨਾ ਕਿਤੇ ਸਾਡੇ ਲਵੇ ਸਾਇੰਟਿਸਟ ਉਹ ਡਾਟਾ ਰਿਪੋਰਟਸ ਆਉਂਦੀਆਂ ਨੇ ਵੀ ਭਾਈ ਲਿਮਟਡ ਹੈ। ਜੇ ਇਹ ਕਿਤੇ ਨਾ ਕਿਤੇ ਮਾਈਨਿੰਗ ਜਿਹੜੀ ਹੈਗੀ ਹੈ, ਤੁਸੀਂ ਕਿੰਨੀ ਕੁ ਕੱਢ ਲਓਗੇ, ਜੇ ਉਹਦੀ ਖਪਤ ਜ਼ਿਆਦਾ ਹੈਗੀ ਆ, ਫਿਰ ਕਿਤੇ ਨਾ ਕਿਤੇ ਜਾ ਕੇ ਰੁਕੂਗੀ ਨਾ ਉਹ, ਤੇ ਉਹਦਾ ਅਲਟਰਨੇਟ ਸਾਨੂੰ ਪਹਿਲਾਂ ਹੀ ਕੱਢਣਾ ਪਊਗਾ। ਉਹਦੇ ਲਈ ਸਰਕਾਰਾਂ ਵੱਲੋਂ ਅਲਟਰਨੇਟਸ ਕੱਢੇ ਜਾ ਰਹੇ ਨੇ। ਅੱਜ ਅਸੀਂ 11% ਬਿਜਲੀ ਹੈ ਜੋ ਵਾਟਰ ਤੋਂ ਲੈ ਰਹੇ ਹਾਂ, ਅੱਜ ਅਸੀਂ 15% ਬਿਜਲੀ ਹੈ ਜੋ ਸੋਲਰ ਪੈਨਲਾਂ ਤੋਂ ਲੈ ਰਹੇ ਹਾਂ। ਇਸ ਲਈ ਸਾਨੂੰ ਅਲਟਰਨੇਟ, ਜਦੋਂ ਕੋਈ ਇਸ ਤਰ੍ਹਾਂ ਦੇ ਰਿਸੋਰਸਿਸ ਲਿਮਟਿਡ ਹੁੰਦੇ ਨੇ, ਜੋ ਅਸੀਂ ਫੋਸੀ ਫਿਊਲ ਦੀ ਗੱਲ ਕਰਦੇ ਹਾਂ, ਕਿਉਂਕਿ ਦੇਖੋ ਹਜ਼ਾਰਾਂ ਸਾਲਾਂ ਦੇ ਵਿੱਚ ਇਹ ਕਿਤੇ ਨਾ ਕਿਤੇ ਥੱਲੇ ਜ਼ਮੀਨਾਂ ਦੇ ਵਿੱਚ ਖਣਿਜੇ ਸਾਨੂੰ ਮਿਲਦੇ ਨੇ। ਇਹਨਾਂ ਨੂੰ ਹਜ਼ਾਰੋਂ ਸਾਲ, 100 ਸਾਲ, 200 ਸਾਲ ਤੱਕ ਇਹ ਖਣਿਜ ਨੇ ਜਿਹੜੇ ਥੱਲੇ ਪ੍ਰਿਪੇਅਰ ਹੁੰਦੇ ਨੇ। ਕਾਰਬਨਸ ਜ਼ਿਆਦਾ ਹੁੰਦੀਆਂ ਨੇ ਇਹਦੇ ਵਿੱਚ। ਸੋਸਾਇਟੀ ਦੇ ਵਿੱਚ ਸਰਾਊਂਡਿੰਗ 'ਚ ਦੇਖਾਂਗੇ ਪੋਲਿਊਸ਼ਨਸ ਵੀ ਦਿਖਦਾ, ਕਿਤੇ ਨਾ ਕਿਤੇ ਉਹ ਹਾਰਮਫੁਲ ਸਾਡੇ ਲੰਗਸ 'ਚ ਜਾਂਦਾ, ਉਹਦੀ ਵੀ ਸਾਨੂੰ ਦਿੱਕਤ ਪਰੇਸ਼ਾਨੀ ਫਿਰ ਆਉਂਦੀ ਹੈ। ਉਹਦਾ ਫਿਰ ਸਭ ਤੋਂ ਵੱਡਾ ਇੱਕ ਕਿਤੇ ਨਾ ਕਿਤੇ ਵਿਸ਼ਵ ਲੈਵਲ 'ਤੇ ਜਿਹਦੇ ਪ੍ਰਮੋਟ ਕਰਿਆ ਜਾਂਦਾ ਇਹਨੂੰ, ਰੀਨਿਊਏਬਲ એનર્ਜੀ ਨੂੰ, ਸਸਟੇਨੇਬਿਲਟੀ એનર્ਜੀ ਨੂੰ, ਤਾਂ ਕਰਕੇ ਇਹਦੇ ਵਿੱਚ ਨਿਊਕਲੀਅਰ ਰਿਐਕਟਰ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੈ ਵੀ ਰੀਨਿਊਏਬਲ એનર્ਜੀ ਹੈ ਜੋ ਕਿਤੇ ਨਾ ਕਿਤੇ ਸਾਡੇ ਕਿਤੇ ਨਾ ਕਿਤੇ ਇਕੋਸਿਸਟਮ ਨੂੰ ਮੇਨਟੇਨ ਕਰਕੇ ਰੱਖਦੀ ਹੈ, ਜਿਹਦੀ ਕੋਈ ਖਪਤ ਹੋਣ ਦੇ ਬਾਵਜੂਦ ਅਸੀਂ ਦੁਬਾਰਾ ਜਨਰੇਟ ਵੀ ਕਰ ਸਕਦੇ ਹਾਂ। ਵਿਨੇ ਜੀ, ਜਿਹੜਾ ਆਪਣੇ ਕੋਲ ਨੈਚੁਰਲ ਭੰਡਾਰ ਹੈਗਾ ਯੂਰੇਨੀਅਮ ਦਾ, ਜਿਹੜਾ ਆਪਾਂ ਨੈਚੁਰਲ ਜਿਹੜਾ ਭੰਡਾਰ ਹੈਗਾ ਉਹ 70,000 ਟਨ ਹੈ ਫਿਲਹਾਲ। ਹਾਂਜੀ। ਤੇ ਨਿਊਕਲੀਅਰ ਪਾਵਰ ਵਾਸਤੇ ਜਦੋਂ ਸਾਨੂੰ ਯੂਰੇਨੀਅਮ ਦੀ ਲੋੜ ਪੈਂਦੀ ਹੈ, ਹਾਂਜੀ, ਤੇ 70,000 ਟਨ ਟੋਟਲ ਹੈਗਾ ਜਿਹੜਾ ਹਜੇ ਇਨੀਸ਼ੀਅਲੀ ਸਟੇਜ ਤੇ ਸਾਡੇ ਕੋਲ ਜੋ ਸਾਡੇ ਕੋਲ ਰਿਕਾਰਡ ਹੈਗੇ ਆ, ਉਹ 70,000 ਟਨ ਦੇ ਆ। ਤੇ ਨਿਊਕਲੀਅਰ ਪਲਾਂਟ ਪਹਿਲਾਂ ਵੀ ਚੱਲ ਰਹੇ ਨੇ ਹਿੰਦੁਸਤਾਨ ਦੇ ਵਿੱਚ, ਉੱਥੇ ਵੀ ਜਾਂਦੀ ਹੋਣੀ ਹੈ ਉਹ ਠੀਕ। ਤੇ ਹੁਣ ਜਿਹੜਾ ਉੱਤਰ ਭਾਰਤ ਦੇ ਵਿੱਚ ਲੱਗਾ, ਕਿਆ ਕਿਤੇ ਹੋਰ ਵੀ ਯੂਰੇਨੀਅਮ ਦਾ ਕੋਈ ਭੰਡਾਰ ਲੱਭਿਆ ਜਿਹੜਾ ਕਿ? ਬਿਲਕੁਲ ਵਿਨੇ ਜੀ, ਦੇਖੋ ਇਹ ਭੰਡਾਰ ਇਹਦੇ ਤਾਂ ਆਲਰੇਡੀ ਇਹਦੇ ਤੇ G3 ਲੈਵਲ ਤੱਕ ਆਲਰੇਡੀ ਇਹਦੇ ਰਿਸਰਚ ਚੱਲ ਰਹੀ ਹੈ। ਜੋ ਕੋਈ ਵੀ ਡਿਟੈਕਸ਼ਨ ਆਉਂਦੀ ਹੈ, ਉਹਨੂੰ ਫਰੀਜ ਆਊਟ ਕਰ ਲੈਂਦੇ ਨੇ ਇਹ। ਤੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ, ਦੇਖੋ ਕੋਇਲਾ ਦੀ ਅਸੀਂ ਗੱਲ ਕਰੀਏ, ਕੋਇਲੇ ਦੀ ਜੋ ਖਪਤ ਹੈਗੀ ਆ ਬਹੁਤ ਜ਼ਿਆਦਾ ਸੀ, ਉਹਦਾ ਇੱਕ ਅਲਟਰਨੇਟ ਕੱਢਿਆ ਯੂਰੇਨੀਅਮ ਦਾ। ਜੇ ਅਸੀਂ ਪਾਰਟ 70,000 ਟਨ ਬਹੁਤ ਹੈ, ਅੱਗੇ ਚੇਨ ਰਿਐਕਸ਼ਨ ਨੇ ਕੰਮ ਕਰਨਾ, ਕੱਲਾ ਸਿੱਧਾ ਯੂਰੇਨੀਅਮ ਪੂਰਾ ਖਤਮ ਨਹੀਂ ਹੋ ਜਾਣਾ, ਅੱਗੇ ਉਹਦੀ ਚੇਨ ਰਿਐਕਸ਼ਨਸ ਕਰਨੀਆਂ, ਉਹਨੇ ਰਿਐਕਸ਼ਨ ਨੂੰ ਕਰਵਾਉਣਾ, ਤੇ ਉਹ ਹੀਟ ਨੇ ਕੰਮ ਕਰਨਾ। ਉਹ ਸਾਰੀ ਅਸੀਂ ਜਨਰੇਸ਼ਨ ਹੈ, ਜਿਹੜਾ ਪੂਰਾ ਸਿਸਟਮ ਰਿਐਕਟਰਸ ਤਿਆਰ ਕਰਦੇ ਹਾਂ, ਉਹਦੇ ਵਿੱਚ ਸਾਨੂੰ ਬਿਜਲੀ ਹੈ ਪ੍ਰਾਪਤ ਹੋ ਜਾਂਦੀ ਹੈ। ਹਲੇ ਕੋਈ ਯੂਰੇਨੀਅਮ ਖਤਮ ਹੋਣ ਦੀ ਜਾਂ ਇੱਦਾਂ ਦੀ ਕੋਈ ਸਾਨੂੰ ਕੋਈ ਉਸ ਤਰ੍ਹਾਂ ਦਾ ਡਾਟਾ ਰਿਪੋਰਟਸ ਨਹੀਂ ਆਈਆਂ। ਉਹਦੇ ਪੈਰਲਰ ਦੇ ਵਿੱਚ ਫਿਰ ਹੋਰ ਵਿਸ਼ਵ ਦੇ ਵਿੱਚ ਇਹ ਓਪਨ ਸੋਰਸ 'ਚ ਪਿਆ, ਇਹ ਸਾਨੂੰ ਇਹਦੀ ਕੋਈ ਸ਼ੋਰਟੇਜ ਹਲੇ ਕੋਈ ਰਿਫਲੈਕਟ ਨਹੀਂ ਹੋਈ ਡਾਟਾ ਰਿਪੋਰਟਸ ਦੇ ਵਿੱਚ ਵੀ ਸਾਡੇ ਲਈ ਯੂਰੇਨੀਅਮ ਜਿਹੜਾ ਲਿਮਟਿਡ ਮਾਤਰਾ 'ਚ, ਇਸ ਤਰ੍ਹਾਂ ਦੀ ਕੋਈ ਵੀ ਰਿਪੋਰਟ ਨਹੀਂ ਆਈ ਹੈ। ਬਟ ਕੋਇਲੇ ਦੀ ਗੱਲ ਕਰੀਏ ਜਾਂ ਹੋਰ ਜੋ ਫੋਸੀ ਫਿਊਲ ਨੇ ਜਾਂ ਹੋਰ ਅਸੀਂ ਗੱਲ ਕਰੀਏ, ਉਹ ਨੈਚੁਰਲ ਰਿਸੋਰਸਿਸ ਉਹ ਜ਼ਰੂਰ ਦੱਸੇ ਜਾ ਰਹੇ ਨੇ ਬਾਰ-ਬਾਰ ਵੀ ਲਿਮਟਿਡ ਹੈਗੇ ਨੇ। ਇਹਦਾ ਅਲਟਰਨੇਟ ਤੁਹਾਨੂੰ ਬਾਰ-ਬਾਰ ਕਿਹਾ ਜਾਂਦਾ ਵੀ ਕੱਢੋ, ਤੇ ਉਹਦੇ ਲਈ ਅਸੀਂ ਸਨਲਾਈਟ ਆ ਯੂਜ਼ ਕਰਦੇ ਹਾਂ, ਚਾਹੇ ਉਹ ਸੋਲਰ ਪੈਨਲਾਂ 'ਚ ਯੂਜ਼ ਕਰੀਏ। ਉਹਦਾ ਅਲਟਰਨੇਟ ਅਸੀਂ ਵਿੰਡ એનર્ਜੀ ਯੂਜ਼ ਕਰਦੇ ਹਾਂ। ਉਹਦਾ ਅਲਟਰਨੇਟ ਅਸੀਂ ਹੋਰ ਵੀ ਚਾਹੇ ਪਾਣੀ ਰਾਹੀਂ ਕਰੀਏ, ਜਿੱਥੇ ਅਸੀਂ ਛੋਟੀਆਂ ਕੈਪਲਨ ਟਰਬਾਈਨਾਂ ਲਾ ਲੈਂਦੇ ਹਾਂ ਪਾਣੀ ਰਾਹੀਂ। ਤੁਸੀਂ ਦੇਖੋਗੇ ਆਪਣੇ ਕਿਤੇ ਨਾ ਕਿਤੇ ਨਹਿਰਾਂ 'ਤੇ ਬਣਾ ਕੇ ਛੋਟੀਆਂ, ਤੇ ਫਰਾਂਸਿਸ ਟਰਬਾਈਨਾਂ ਲਾ ਲੈਂਦੇ, ਥੋੜ੍ਹੀ ਜ਼ਿਆਦਾ ਹੈੱਡ 'ਤੇ 200 ਮੀਟਰ ਦੇ 50 ਮੀਟਰ ਦੇ ਹੈੱਡ 'ਤੇ ਜਦੋਂ ਅਸੀਂ ਦੇਖਦੇ ਹਾਂ ਪਹੁੰਚ ਜਾਂਦੀਆਂ ਨੇ। ਤੇ ਕਿਤੇ ਨਾ ਕਿਤੇ ਜੋ ਜਿੰਨੇ ਵੀ ਕੁਦਰਤੀ ਸਾਡੇ ਲਈ ਰਿਸੋਰਸਿਸ ਹੈਗੇ ਆ ਵਾਟਰ ਦੇ, ਅਸੀਂ ਉੱਥੇ ਇਹ ਟੈਕਨੋਲੋਜੀ ਨੂੰ ਫਿੱਟ ਕਰਕੇ ਅਸੀਂ ਯੂਜ਼ ਕਰਦੇ ਹਾਂ। ਜਨਰੇਟਰਸ ਫਿੱਟ ਕਰਨੇ ਆ ਤੁਹਾਨੂੰ, ਟਰਬਾਈਨਾਂ ਕੈਪਲਨ ਹੋ ਗਈਆਂ, ਫਰਾਂਸਿਸ ਹੋ ਗਈਆਂ, ਰਿਐਕਸ਼ਨ ਟਰਬਾਈਨਾਂ ਹੋ ਗਈਆਂ, ਇਹ ਯੂਜ਼ ਕਰਨੀਆਂ ਤੁਹਾਨੂੰ। ਉਹ ਯੂਜ਼ ਕਰਕੇ ਤੁਸੀਂ ਕਿਤੇ ਨਾ ਕਿਤੇ ਹਰ ਜੋ ਅਲਟਰਨੇਟ ਤਲਾਸ਼ਦੇ ਹੋ ਵੀ ਜਿੱਥੇ ਤੁਹਾਡਾ ਫੋਸੀ ਫਿਊਲ ਭਾਈ ਕੋਇਲਾ ਹੈ ਜੋ ਜਾਂ ਹੋਰ ਇਸ ਤਰ੍ਹਾਂ ਦੇ ਜੋ ਨੈਚੁਰਲ ਫਿਊਲ ਨੇ ਉਹ ਨਾ ਯੂਜ਼ ਹੋਣ। ਔਰ ਇਹਦੇ ਸਾਥ ਹੀ ਹੋਰ ਨੈਚੁਰਲ ਰਿਸੋਰਸਿਸ ਲਈ ਇਹਨਾਂ ਨੇ ਬਾਇਓਮਾਸ ਵੀ ਇੱਕ ਅਲਟਰਨੇਟ ਰੱਖਿਆ, ਤੇ ਉਹ ਵੀ ਕਿਤੇ ਨਾ ਕਿਤੇ ਸਾਨੂੰ ਕਾਰਗਰ ਸਾਬਿਤ ਹੋ ਰਿਹਾ એનર્ਜੀ ਸਸਟੇਨੇਬਿਲਟੀ ਨੂੰ ਕ੍ਰੀਏਟ ਕਰਨ ਲਈ। ਤਾਂ ਸਾਨੂੰ એનર્ਜੀ ਰੀਨਿਊਏਬਲ 'ਤੇ ਹੀ ਕੰਮ ਕਰਨਾ ਪਊ। ਜਦੋਂ ਦੁਨੀਆ ਇਹ 'ਤੇ ਚੱਲ ਪਈ ਹੈ, ਯੂਰਪ ਪੂਰਾ ਇਹ 'ਤੇ ਚੱਲਿਆ ਹੋਇਆ, ਤਾਂ ਜਰਮਨੀ ਚੱਲਿਆ ਹੋਇਆ,
ਤਾਂ ਸਾਨੂੰ ਆਪਣੇ ਇਕੋਸਿਸਟਮ ਨੂੰ ਵਧੀਆ ਰੱਖਣ ਦੇ ਵਿੱਚ, ਗ੍ਰੀਨ ਐਨਵਾਇਰਨਮੈਂਟ ਤੇ ਕੰਮ ਕਰਨ 'ਚ ਸਾਨੂੰ ਕੀ ਦਿੱਕਤ ਪਰੇਸ਼ਾਨੀ ਹੈ? ਕਿਉਂਕਿ ਸਾਡੇ ਇਹਦੇ ਨਾਲ ਬੋਡੀ ਹੈਲਥ ਇੰਡੈਕਸ, ਇਹ ਸਾਰੀਆਂ ਚੀਜ਼ਾਂ ਜੋ ਹੈਗੀਆਂ ਕਿਤੇ ਨਾ ਕਿਤੇ ਉਹ 'ਤੇ ਇਫੈਕਟ ਪੈਣਾ, ਇਮਿਊਨਿਟੀ 'ਤੇ ਇਫੈਕਟ ਪੈਂਦਾ। ਅਤੇ ਸਾਨੂੰ ਇੱਕ ਵਧੀਆ ਐਨਵਾਇਰਨਮੈਂਟ ਜੇ ਚਾਹੀਦਾ ਤਾਂ ਇਹ 'ਤੇ ਸਾਨੂੰ ਸਹੀ ਦਿਸ਼ਾ ਵੱਲ ਜਾਣਾ ਪਊ। ਐਨਰਜੀ ਰਿਨਿਊਏਬਲ ਤੇ ਨਿਊਕਲੀਅਰ ਰਿਐਕਟਰਸ ਇਸ ਤਰ੍ਹਾਂ ਦੇ ਸਾਨੂੰ ਕ੍ਰੀਏਟ ਕਰਕੇ ਆਪਣਾ ਐਨਰਜੀ ਦਾ ਰਿਸੋਰਸ ਪੈਦਾ ਕਰਨਾ ਪਊਗਾ ਵਿਨੇ ਜੀ। ਜਿਹੜੀ 5 ਸਾਲਾ ਯੋਜਨਾ ਹੈ, 11ਵੀਂ ਪੰਚਵਰਸ਼ੀ ਯੋਜਨਾ ਜਿਹਨੂੰ ਕਹਿੰਦੇ ਆ ਆਪਾਂ, ਉਹਦੇ 'ਚ ਜਿਹੜਾ ਟੀਚਾ ਸੀਗਾ ਨਾ, ਉਹ ਸੀਗਾ 1,63,935 ਮਿਲੀਅਨ ਯੂਨਿਟ ਦਾ। ਹਾਂਜੀ। ਤੇ ਲੇਕਿਨ ਜਿਹੜਾ ਆਪਾਂ ਅਚੀਵ ਕਰ ਸਕੇ ਆ ਉਹ 1,09,000 ਕੁਛ ਯੂਨਿਟ ਦਾ ਕਰ ਸਕੇ। ਯਾਨੀ ਆਪਾਂ ਤਕਰੀਬਨ ਜਿਹੜਾ ਆ ਉਹ 55,000 ਯੂਨਿਟ ਹੈ ਹਜੇ, ਉਹ ਅਸੀਂ 55,000 ਮਿਲੀਅਨ ਯੂਨਿਟ ਜਿਹੜੇ ਹੈਗੇ ਆ ਉਹ ਅਸੀਂ ਅਚੀਵ ਨਹੀਂ ਕਰ ਸਕੇ। ਇੱਕ ਹੋਰ ਨਿਊਕਲੀਅਰ ਪਾਵਰ ਪਲਾਂਟ ਲੱਗਣ ਨਾਲ ਇਹ ਸਮੱਸਿਆ ਹੱਲ ਹੋਣ ਦਾ ਕੁਝ ਆਸਾਰ ਲੱਗਦੇ ਆ ਜੀ? ਬਿਲਕੁਲ ਜੀ। ਦੇਖੋ ਵੀਣੇ ਜੀ, ਜੋ ਵੀ ਅਸੀਂ ਡਾਟਾ ਐਕਸਪੈਕਟੇਸ਼ਨਸ ਕਰਦੇ ਹਾਂ, ਜੇ 55,000 ਮੈਗਾਵਾਟ ਤੁਸੀਂ ਕਹਿ ਰਹੇ ਹੋ, ਸਾਨੂੰ ਕਿਤੇ ਨਾ ਕਿਤੇ ਲੈਕ ਉਹ ਕਮੀ ਉਹ ਦਿਖ ਰਹੀ ਹੈ। ਕੋਈ ਵੀ ਜੋ ਸਟਰਕਚਰ ਦਾ 100% ਐਫੀਸ਼ੀਐਂਸੀ ਨਹੀਂ ਹੁੰਦੀ ਹੈ, ਕਿਉਂਕਿ ਹੀਟ ਲੋਸਿਸ ਬਹੁਤ ਹੋ ਜਾਂਦੇ ਨੇ। ਇੰਡਸਟਰੀਜ਼ ਕੰਮ ਕਰਦੀਆਂ ਨੇ, ਪਲਾਂਟਸ ਯੂਨਿਟਾਂ ਚੱਲਦੀਆਂ ਨੇ, ਉੱਥੇ ਸਾਨੂੰ ਪਤਾ ਹੈ ਵੀ ਭਾਈ ਵੇਸਟੇਜ ਹੋਣੀ ਹੈ। ਜੇ ਤੁਸੀਂ ਪ੍ਰੋਡਕਸ਼ਨਸ ਕਰਦੇ ਹੋ, ਮਾਸ ਪ੍ਰੋਡਕਸ਼ਨ ਹੁੰਦੀ ਹੈ, ਉੱਥੇ ਇੱਕ ਕੈਲਕੂਲੇਸ਼ਨ ਹੁੰਦੀ ਹੈ ਸਾਡੇ ਲਈ ਵੇਸਟੇਜ ਹੋਣੀ ਹੈ। ਅਤੇ ਇਸ ਤਰ੍ਹਾਂ ਹੀ ਹੀਟ ਲੋਸਿਸ ਹੋ ਜਾਂਦੇ ਨੇ, ਇਨਸੂਲੇਸ਼ਨਾਂ ਕਰਦੇ ਨੇ, ਉਹ ਸਾਰਾ ਕੁਝ ਹੁੰਦਾ ਹੈ। ਬਟ ਕਿਤੇ ਨਾ ਕਿਤੇ ਅਸੀਂ 100% ਐਫੀਸ਼ੀਐਂਸੀ ਨਹੀਂ ਕੱਢ ਸਕਦੇ। ਕੋਈ ਮਸ਼ੀਨਰੀ ਹੈ ਆਪਣੀ 100% ਐਫੀਸ਼ੀਐਂਸੀ ਅਨਪ੍ਰੈਕਟੀਕਲ ਹੈ। ਥਿਓਰੈਟੀਕਲ ਅਸੀਂ ਚਾਹੇ ਜੋ ਮਰਜ਼ੀ ਕਹੀ ਚੱਲੀਏ, ਪ੍ਰੈਕਟੀਕਲੀ ਨਹੀਂ ਕੱਢ ਸਕਦੇ। ਇਸ ਲਈ ਉਹ ਲੋਸਿਸ ਸਾਡੇ ਲਈ ਸਾਹਮਣੇ ਆਉਂਦੇ। ਇਸ ਲਈ ਤੁਹਾਨੂੰ ਉਹ ਜੋ ਲੈਕ ਆਫ ਡਾਟਾ ਤੁਸੀਂ ਕਹਿ ਰਹੇ ਹੋ 55,000 ਮੈਗਾਵਾਟ ਦਾ ਸਾਨੂੰ ਦਿਖਣ ਨੂੰ ਮਿਲਦਾ। ਅਤੇ ਉਹਦੇ ਲਈ ਉਹ ਹੌਲੀ ਹੌਲੀ ਜੋ ਸਟਰਕਚਰ ਬੋਡੀ ਹੈ ਇਹਨਾਂ ਨੇ ਤਿਆਰ ਕਰ ਲਿਆ। ਨਾਰਥ ਇੰਡੀਆ 'ਚ ਐਕਸਪੈਂਸ਼ਨਸ ਕਰ ਰਹੇ ਨੇ, ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜਿੱਥੇ ਸਾਨੂੰ ਲੱਗਦਾ ਹੈ ਵੀ ਕੋਈ ਅਸੀਂ ਲਗਾ ਸਕਦੇ ਹਾਂ, ਯੂਨਿਟਾਂ ਲਗਾ ਸਕਦੇ ਹਾਂ, ਉੱਥੇ ਲਗਾਈਆਂ ਜਾਣਗੀਆਂ। ਇੱਧਰ ਜੇ ਅਸੀਂ ਈਸਟ ਕੰਨੀ ਦੇਖੀਏ, ਉੱਥੋਂ ਦੀ ਜੋ ਟੈਕਨੋਲੋਜੀ ਹੈ, ਉੱਥੇ ਭੂਕੰਪ ਵਗੈਰਾ ਜਿਹੜੇ ਜ਼ਿਆਦਾ ਆਉਣ ਕਰਕੇ ਉੱਥੇ ਦੀ ਜਿਹੜੇ ਜੀਓ ਦੇ ਸਾਇੰਟਿਸਟ ਹੈਗੇ ਨੇ ਉਹਨਾਂ ਨੂੰ ਪਤਾ ਵੀ ਇੱਥੇ ਭੂਕੰਪ ਆਉਣਗੇ, ਇੱਥੇ ਅਨਸਸਟੇਨੇਬਿਲਿਟੀ ਹੈ, ਇੱਥੇ ਦੇ ਰਿਸੋਰਸਿਸ ਸਾਨੂੰ ਸਪੋਰਟ ਨਹੀਂ ਕਰਦੇ ਨੇ, ਅਤੇ ਉਹ ਉੱਥੇ ਨਹੀਂ ਗਏ। ਜਿੱਥੇ ਸਾਨੂੰ ਲੱਗਦਾ ਵੀ ਹਾਂ ਸਾਡੇ ਲਈ ਇੱਥੇ ਸਪੇਸ ਹੈਗੀ ਆ, ਇੱਥੇ ਅਸੀਂ ਸਟਰਕਚਰ ਤਿਆਰ ਕਰ ਸਕਦੇ ਹਾਂ, ਇੱਥੇ ਔਰਗਨਾਈਜ਼ ਕਰ ਸਕਦੇ ਹਾਂ, ਤਾਂ ਉੱਥੇ ਉਹ ਕਿਤੇ ਨਾ ਕਿਤੇ ਉਪਰਾਲੇ ਓਪਰਚੁਨਿਟੀ ਦਾ ਫਾਇਦਾ ਲੈ ਰਹੇ ਆ। ਔਰ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਇੱਕ ਮੁਬਾਰਕ ਦੀ ਗੱਲ ਹੈ, ਇੱਥੇ ਬਹੁਤ ਫਾਸਟ ਲੈਵਲ 'ਤੇ ਕੰਮ ਕਰ ਰਹੀ ਹੈ, ਐਗਜੀਕਿਊਸ਼ਨ ਬਹੁਤ ਫਾਸਟ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵਿਦੇਸ਼ੀ ਇਨਵੈਸਟਮੈਂਟ ਵੀ ਇਹ 'ਤੇ ਆ ਰਹੀ ਹੈ, ਟੈਕਨੋਲੋਜੀ ਆ ਰਹੀ ਹੈ, ਇੰਡਸਟਰੀਜ਼ ਆ ਰਹੀਆਂ ਨੇ। ਔਰ ਕਿਤੇ ਨਾ ਕਿਤੇ ਜਦੋਂ ਤੁਸੀਂ ਹਰ ਪ੍ਰਕਾਰ ਦੀ ਸੁਵਿਧਾ ਤੁਸੀਂ ਦਿਓਗੇ ਅਤੇ ਬਾਹਰਲੇ ਇਨਵੈਸਟ ਕਰਨ ਲਈ ਕਿਤੇ ਨਾ ਕਿਤੇ ਪ੍ਰੇਰਿਤ ਹੋਣਗੇ, ਅਤੇ ਉਹ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੇਖਣ ਨੂੰ ਵੀ ਮਿਲੂਗਾ ਵਿਨੇ ਜੀ। ਮੋਦੀ ਸਰਕਾਰ ਨੇ 2014 ਤੋਂ ਲੈ ਕੇ ਹੁਣ ਤੱਕ ਤਕਰੀਬਨ 9.5 ਸਾਲ ਦੇ ਵਿੱਚ ਜੋ ਕੁਝ ਵੀ ਕੀਤਾ, ਉਹ ਜੋ ਉਪਲਬਧੀਆਂ ਹਾਸਲ ਕੀਤੀਆਂ, ਉਹਨਾਂ ਵਿੱਚੋਂ ਹੀ ਇਹ ਵੀ ਇੱਕ ਉਪਲਬਧੀ ਗਿਣੀ ਜਾ ਰਹੀ ਹੈ ਕਿ ਜਿਹੜਾ ਉੱਤਰ ਭਾਰਤ ਨੂੰ ਪਹਿਲੀ ਵਾਰੀ ਨਿਊਕਲੀਅਰ ਪਾਵਰ ਪਲਾਂਟ ਵਾਸਤੇ ਚੁਣਿਆ ਗਿਆ ਹੈ। ਹਾਂਜੀ। ਕੀ ਇਹ ਸਿਆਸਤ ਨਾਲ ਜੁੜਿਆ ਮੁੱਦਾ ਤੁਸੀਂ ਦੇਖ ਸਕਦੇ ਹੋ ਉਹਨੂੰ, ਕਿ ਵਾਕਈ ਡਿਵੈਲਪਮੈਂਟ ਨਾਲ ਜੁੜਿਆ ਮੁੱਦਾ ਦੇਖ ਸਕਦੇ ਹੋ? ਬਿਲਕੁਲ। ਆਉਣ ਵਾਲੇ ਟਾਈਮ ਦੇ 2024 ਦੇ ਵਿੱਚ ਇਲੈਕਸ਼ਨ ਹੈਗੇ ਨੇ, ਤੇ ਹੁਣ ਉਹਦੀ ਅਨਾਉਂਸਮੈਂਟ ਹੋਣੀ, ਇਹਨੂੰ ਤੁਸੀਂ ਸਿਆਸਤ ਨਾਲ ਜੋੜ ਕੇ ਦੇਖੋਗੇ ਜਾਂ ਡਿਵੈਲਪਮੈਂਟ ਨਾਲ ਜੋੜ ਕੇ ਦੇਖੋਗੇ? ਬਿਲਕੁਲ ਜੀ, ਇਹ ਤਾਂ ਮੂਰਖਤਾ ਹੋਊਗੀ ਜੇ ਇਹਨੂੰ ਤੁਸੀਂ ਸਿਆਸਤ ਨਾਲ ਜੋੜੋਗੇ। ਦੇਖੋ, ਕੋਈ ਵੀ ਡਿਵੈਲਪਮੈਂਟ ਦੇ ਜੋ ਪ੍ਰੋਜੈਕਟਸ ਨੇ, ਇਹ ਕੋਈ ਮੈਜਿਕ ਤਾਂ ਹੈ ਨਹੀਂ ਵੀ ਛੜੀ ਕਮਾਈ ਤੇ ਤੁਰੰਤ ਉਹ ਕਿਤੇ ਨਾ ਕਿਤੇ ਹਾਜ਼ਰ ਹੋਗੀ। ਜੇ ਤੁਸੀਂ ਉਹਨੂੰ ਪੋਲੀਟੀਕਲ ਏਜੰਡਾ ਲੈ ਕੇ ਚੱਲੋਗੇ, ਵੋਟ ਬੈਂਕ ਲਈ ਚੱਲੋਗੇ ਵੀ ਹਾਂ ਅਸੀਂ ਕੋਈ ਲਵਾਬਣਾ ਕੋਈ ਇੱਥੇ ਇਹਨਾਂ ਨੂੰ ਖੇਤਰ ਦੇ ਵਿੱਚ ਕੋਈ ਚੀਜ਼ ਦੇਤੀ ਹੈ, ਕੋਈ ਗਿਫਟ ਦੇਤਾ ਜਾਂ ਕੋਈ ਤੁਹਾਨੂੰ ਇੰਡਸਟਰੀ ਦੇਤੀ ਹੈ, ਉਹ ਇੱਦਾਂ ਤਾਂ ਨਹੀਂ ਦਿੱਤੀ ਜਾਊਗੀ ਜੀ। ਉਹਦੇ ਲਈ ਵੈਲ ਪ੍ਰੈਪਰੇਸ਼ਨ ਹੁੰਦੀ ਹੈ। ਉਹਦੇ ਲਈ ਕਿਤੇ ਨਾ ਕਿਤੇ NOC ਲੈਣੇ ਪੈਂਦੇ ਨੇ ਅਦਾਰਿਆਂ ਤੋਂ, ਡਿਪਾਰਟਮੈਂਟਾਂ ਤੋਂ, ਅਟੋਮਿਕ ਡਿਪਾਰਟਮੈਂਟਸ ਤੋਂ, ਕਿਤੇ ਨਾ ਕਿਤੇ ਇਰੀਗੇਸ਼ਨ ਡਿਪਾਰਟਮੈਂਟਸ ਨੇ ਜਿਨ੍ਹਾਂ ਨਾਲ ਟਾਈ ਅਪ ਹੋਇਆ। ਤਾਂ ਇੰਨੇ ਸਾਰਾ ਜੋ ਸਟਰਕਚਰਸ ਹੈ, ਇਹਦੇ ਲਈ ਪਹਿਲਾਂ ਹੀ ਰੋਡ ਮੈਪ ਬਣੇ ਹੁੰਦੇ ਨੇ ਜੀ ਵਿਨੇ ਜੀ। ਅਤੇ ਉਹ 5-5 ਸਾਲ 10-10 ਸਾਲ ਜੋ ਰੋਡ ਮੈਪ ਬਣਦੇ ਨੇ, ਉਹਨਾਂ ਦੀ ਐਗਜੀਕਿਊਸ਼ਨ ਨੂੰ ਫਾਸਟ ਕਰਿਆ। ਜੋ ਉਹ ਐਗਜੀਕਿਊਸ਼ਨ ਕੇਂਦਰ ਸਰਕਾਰ ਵੱਲੋਂ ਫਾਸਟ ਕਰਿਆ ਜਾ ਰਿਹਾ, ਇਹ ਇੱਕ ਡਿਵੈਲਪਮੈਂਟ ਅਸੀਂ ਆਖਾਂਗੇ, ਇੱਕ ਕਿਤੇ ਨਾ ਕਿਤੇ ਮੁਬਾਰਕਬਾਦ ਹੈ ਇਹ ਕੇਂਦਰ ਸਰਕਾਰ ਨੂੰ। ਕਿਤੇ ਨਾ ਕਿਤੇ ਉਹ ਐਕਚੁਅਲ ਦੇ ਵਿੱਚ ਬਹੁਤ ਫਾਸਟ ਲੈਵਲ 'ਤੇ ਕਾਰਪੋਰੇਟ ਅਦਾਰਿਆਂ ਨੂੰ ਕਿਤੇ ਨਾ ਕਿਤੇ ਟਾਈ ਅਪ ਕਰਕੇ ਅੱਗੇ ਲੈ ਕੇ ਆ ਰਹੀ ਹੈ, ਤਾਂ ਕਿ ਵੀ ਲੋਕਾਂ ਦੀ ਔਰ ਪਬਲਿਕ ਦੀ ਔਰ ਸਟਰਕਚਰਸ ਡਿਵੈਲਪ ਕਰੇ ਜਾਣ। ਚਾਹੇ ਉਹ ਅਸੀਂ ਰੋਡ ਟਰਾਂਸਪੋਰਟ ਦੇ ਵਿੱਚ ਦੇਖ ਸਕਦੇ ਹਾਂ, ਅੱਜ ਆਏ ਦਿਨ ਸਾਨੂੰ ਸਟਰਕਚਰਸ ਮਿਲਦੇ ਨੇ, ਕਿਤੇ ਨਾ ਕਿਤੇ ਇਨੋਵੇਸ਼ਨਸ ਆਉਂਦੀਆਂ ਨੇ। ਜੋ ਤੁਸੀਂ ਇੰਡਸਟਰੀ ਖੇਤਰ 'ਚ ਲੈ ਕੇ ਆ ਰਹੇ ਹੋ ਜਾਂ ਕਮਰਸ਼ੀਅਲ ਐਕਟੀਵਿਟੀਜ਼ ਦੀ ਗੱਲ ਕਰਦੇ ਹੋ, ਰੋਡ ਤਾਂ 24 ਘੰਟੇ ਚੱਲਣੀ ਹੈ। ਵਹੀਕਲਸ ਜਿਹੜੇ ਆ ਤੁਸੀਂ ਆਪਣੇ
ਘਰ ਘਰੇਲੂ ਜ਼ਰੂਰਤਾਂ ਲਈ ਤਾਂ 5-7 ਘੰਟੇ 10 ਘੰਟੇ ਯੂਜ਼ ਕਰੋਗੇ, ਪਰ ਕਮਰਸ਼ੀਅਲੀ ਇੰਡਸਟਰੀਆਂ ਤਾਂ 24-24 ਘੰਟੇ ਹੀ ਚੱਲ ਰਹੀਆਂ। ਉੱਥੇ ਸਾਨੂੰ ਬ੍ਰਿਜਿਸ ਦੀ ਵੀ ਜ਼ਰੂਰਤ ਪੈਂਦੀ ਹੈ, ਜਿੱਥੇ ਕਿਤੇ ਨਾ ਕਿਤੇ ਬ੍ਰਿਜਿਸ ਨੇ ਜਿਹੜੇ ਕਿਤੇ ਨਾ ਕਿਤੇ ਟ੍ਰੇਨਾਂ ਦੀ ਜੋ ਵਿੱਚ ਕੋਈ ਨਾ ਕੋਈ ਕਲੈਸ਼ ਹੁੰਦੀ ਹੈ, ਉੱਥੇ ਕਿਤੇ ਨਾ ਵਾਹਨ ਖੜਦਾ, ਜਦੋਂ ਉਹ ਸਪੀਡ ਅਪ ਹੋ ਜਾਊਗਾ, ਜਦੋਂ ਤੁਸੀਂ ਬ੍ਰਿਜਿਸ ਇੰਨੇ ਬਣਾਤੇ ਨੇ ਤੇ ਕਿਤੇ ਨਾ ਕਿਤੇ ਇੰਡਸਟਰੀ ਦੇ ਵਿੱਚ ਰੈਵੋਲੂਸ਼ਨਸ ਆ ਗਿਆ, ਚੇਨ ਸਿਸਟਮ ਫਾਸਟ ਕਰਤਾ ਹੈ, ਤਾਂ ਫਿਰ ਕਿਤੇ ਨਾ ਕਿਤੇ ਰੈਵੋਲੂਸ਼ਨਸ ਆਉਣਾ। ਤੇ ਇਹ ਸਭ ਤੋਂ ਵੱਡੀ ਕੇਂਦਰ ਸਰਕਾਰ ਦੀ ਇੱਕ ਉਪਲਬਧੀ ਹੈ। ਇਹਨੂੰ ਕਦੇ ਵੀ ਅਸੀਂ ਸਿਆਸਤ ਨਾਲ ਨਹੀਂ ਜੋੜ ਸਕਦੇ। ਉਹਨਾਂ ਨੇ ਐਕਚੁਅਲੀ ਇੱਕ ਵਿਜ਼ਨ ਤਿਆਰ ਕਰੀ ਸੀ ਲੋਕ ਹਿੱਤ ਦੇ ਵਿੱਚ, ਹਾਂ ਅਸੀਂ ਡਿਵੈਲਪ ਕਰਨਾ, ਜੇ ਸੂਬੇ ਨੂੰ ਤੁਸੀਂ ਡਿਵੈਲਪ ਕਰਨਾ, ਜੇ ਅਸੀਂ ਕਹਿੰਦੇ ਵੀ ਦੇਸ਼ ਦੀ ਅਸੀਂ ਤਰੱਕੀ ਕਰਾਉਣੀ ਹੈ, ਇਨਫਰਾਸਟ੍ਰਕਚਰ 'ਤੇ ਕੰਮ ਕਰਨਾ ਜ਼ਰੂਰੀ ਹੁੰਦਾ। ਉਹਦੇ ਲਈ ਉਹਨਾਂ ਨੇ ਇਨਫਰਾਸਟ੍ਰਕਚਰ 'ਤੇ ਵੀ ਕੰਮ ਕਰਿਆ, ਉਹਨਾਂ ਨੇ ਇੰਡਸਟਰੀਜ਼ ਵੀ ਖੜੀਆਂ ਕਰੀਆਂ, ਇੰਡਸਟਰੀਜ਼ ਨਾਲ ਸਾਨੂੰ ਰਿਸੋਰਸਿਸ ਵੀ ਮਿਲੇ ਨੇ ਔਰ ਰੁਜ਼ਗਾਰ ਵੀ ਸਿੱਧੇ ਰੂਪ ਦੇ ਵਿੱਚ ਲੋਕਾਂ ਨੂੰ ਮਿਲਿਆ, ਔਰ ਸਟੇਕ ਹੋਲਡਰਾਂ ਨੂੰ ਇੰਡਸਟਰੀ ਨੂੰ ਬਹੁਤ ਵੱਡਾ ਇੱਕ ਫਾਇਦਾ ਹੋਇਆ। ਕਿਤੇ ਨਾ ਇਕਨੋਮੀ ਇੰਟਰਨਲ ਸਟਰੋਂਗ ਕਰੀ ਹੈ। ਅੱਜ ਸਾਡੀ ਇਕਨੋਮੀ ਸਟਰੋਂਗ ਹੋ ਗਈ ਹੈ, ਤਾਂ ਹੀ ਤਾਂ ਅਮਰੀਕਾ ਵਰਗੀਆਂ ਜੋ ਆਏ ਦਿਨ ਰਿਪੋਰਟਸ ਕੱਢਦੀਆਂ ਨੇ, ਕ੍ਰਿਟੀਸਾਈਜ਼ ਕਰਨ ਦੀ ਕੋਸ਼ਿਸ਼ ਕਰਦੀਆਂ। ਕਿਉਂ ਕਰਦੀਆਂ? ਉਹਦੀ ਟੱਕਰ ਤਾਂ ਚਾਈਨਾ ਨਾਲ ਸੀਗੀ ਹੁਣ ਤੱਕ, ਅੱਜ ਭਾਰਤ 'ਤੇ ਕਿਉਂ ਉਹਨੇ ਅੱਖਾਂ ਵਿਛਾਲੀਆਂ? ਕਿਉਂਕਿ ਭਾਰਤ ਅੱਜ ਹੁਣ ਸਾਨੂੰ ਕੰਪੀਟੀਸ਼ਨ 'ਚ ਲੱਗਦਾ ਹੈ ਵਿਸ਼ਵ ਸਤਰ 'ਤੇ ਭਾਰਤ ਆਪਣੀਆਂ ਪ੍ਰਾਪਤੀਆਂ ਜੇ ਕਰ ਰਿਹਾ ਹੈ ਮੋਦੀ ਸਰਕਾਰ ਦੀ ਇਸ ਟਾਈਮ ਦੇ ਵਿੱਚ, ਤਾਂ ਕਿਤੇ ਨਾ ਕਿਤੇ ਮੁਬਾਰਕਬਾਦ ਦੀ ਗੱਲ ਹੈ। ਪਹਿਲਾਂ ਨਾ ਇਹ ਚੀਜ਼ਾਂ ਹੋ ਗਈਆਂ, ਇਹਨੂੰ ਅਸੀਂ ਸਿਆਸਤ ਨਾਲ ਨਹੀਂ ਜੋੜ ਸਕਦੇ। ਇੱਕ ਏਜੰਡਾ ਹੈ ਜੋ ਕਿਤੇ ਨਾ ਕਿਤੇ ਦੇਸ਼ ਨੂੰ ਵਿਕਾਸ ਕਰਨ ਦਾ ਇੱਕ ਏਜੰਡਾ ਲੈ ਕੇ ਚੱਲੀ ਹੈ ਅਸੀਂ। ਕੇਂਦਰ ਸਰਕਾਰ ਦੇਸ਼ ਨੂੰ ਵਿਕਸਿਤ ਕਰ ਰਹੀ ਹੈ ਔਰ ਦੇਸ਼ ਇਹਦੇ ਨਾਲ ਵਿਕਸਿਤ ਵੀ ਹੋ ਰਿਹਾ। ਇਹ ਕਿਤੇ ਨਾ ਕਿਤੇ ਰੈਵੋਲੂਸ਼ਨਸ ਵੀ ਆ ਰਹੀਆਂ ਔਰ ਵਿਸ਼ਵ ਸਤਰ 'ਤੇ ਆਪਣੇ ਆਪ ਨੂੰ ਉਸ ਲੈਵਲ 'ਤੇ ਖੜਾ ਕਰਤਾ। ਅੱਜ G20 ਵਰਗੇ ਸਮਿਤ ਜੋ ਇੱਥੇ ਭਾਰਤ ਲੀਡ ਕਰ ਰਿਹਾ, ਗਲੋਬਲਾਈਜ਼ ਆਪਣੇ ਆਪ ਨੂੰ ਅੱਗੇ ਲੈ ਕੇ ਆ ਰਿਹਾ। ਇਸ ਤਰ੍ਹਾਂ ਦੀ ਜੋ ਟੈਕਨੋਲੋਜੀ ਨਾਲ ਜੋੜ ਕੇ ਕਿਤੇ ਨਾ ਕਿਤੇ ਬਾਹਰਲੇ ਜੋ ਇਨਵੈਸਟਰਸ ਨੇ ਅੱਜ ਉਹ ਇੱਥੇ ਬੈਗ ਚੱਕ ਕੇ ਆਉਂਦੇ ਨੇ, ਅਸੀਂ ਕਰਨੀ ਹੈ ਜੀ ਇਨਵੈਸਟਮੈਂਟ, ਸਾਨੂੰ ਸਸਟੇਨੇਬਿਲਿਟੀ ਦਿਓ, ਸਾਨੂੰ ਹੈਂਡ ਹੋਲਡਿੰਗ ਸਪੋਰਟ ਦਿਓ। ਕੇਂਦਰ ਸਰਕਾਰ ਦੇ ਰਹੀ ਹੈ। ਇਹਦੇ ਵਿੱਚ ਸਿਆਸਤ ਦਾ ਮੁੱਦਾ ਅਸੀਂ ਕਿਵੇਂ ਦੇਖ ਸਕਦੇ ਹਾਂ? ਇਹਦੇ ਵਿੱਚ ਕੋਈ ਵੀ ਸਿਆਸਤ ਦਾ ਕੋਈ ਮੁੱਦਾ ਨਹੀਂ ਹੈ। ਦੇਸ਼ ਨੂੰ ਤੁਸੀਂ ਵਿਕਸਿਤ ਕਰੋਗੇ, ਜੋ ਸਮਾਜ ਨੂੰ ਤੁਸੀਂ ਵੈਲਿਊ ਦਿਓਗੇ ਔਰ ਨਾਗਰਿਕ ਦੀ ਸਿਟੀਜ਼ਨ ਦੀ ਕਿਤੇ ਨਾ ਕਿਤੇ ਉਹਨਾਂ ਦੇ ਵੈਲਫੇਅਰ ਦੇ ਧਿਆਨ ਰੱਖੋਗੇ, ਫਿਰ ਇਹ ਕਿਤੇ ਨਾ ਕਿਤੇ ਤੁਹਾਨੂੰ ਐਪਰੀਸ਼ੀਏਟ ਕਰਿਆ ਹੀ ਜਾਣਾ। ਉਹ ਕਿਤੇ ਨਾ ਕਿਤੇ ਐਪਰੀਸ਼ੀਏਟ ਵੀ ਕਰਿਆ ਜਾ ਰਿਹਾ ਔਰ ਵਿਸ਼ਵ ਸਤਰ 'ਤੇ ਅਸੀਂ ਕੰਪੀਟੀਸ਼ਨ 'ਚ ਅਮਰੀਕਾ ਚਾਈਨਾ ਦੇ ਬਰਾਬਰ ਅਸੀਂ ਜਾ ਕੇ ਖੜੇ ਹੋ ਗਏ ਹਾਂ ਔਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਤੋਂ ਗਾਹਾਂ ਅੱਗੇ ਜਾਂਦੇ ਕੇਂਦਰ ਸਰਕਾਰ ਦੀਆਂ ਇਸ ਵਧੀਆ ਨੀਤੀਆਂ ਨਾਲ ਅਸੀਂ ਅੱਗੇ ਜਾਂਦੇ ਅਸੀਂ ਦੇਖ ਸਕਦੇ ਹਾਂ। ਔਰ ਕਿਤੇ ਨਾ ਕਿਤੇ ਸਾਨੂੰ ਇਹ ਦਿਖ ਵੀ ਰਿਹਾ ਟੈਕਨੋਲੋਜੀ ਨਾਲ ਅਸੀਂ ਕਿਸੇ ਕਗਾਰ ਤੱਕ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਵਿਨੇ ਜੀ, ਜਿੱਦਾਂ ਕਿ ਇਹ ਦਿੱਲੀ ਦੇ ਤਕਰੀਬਨ ਨੇੜੇ ਹੀ ਹੈ, 150 ਕਿਲੋਮੀਟਰ ਦੇ ਕਰੀਬ ਹੈ ਇਹ ਜਿਹੜਾ ਸੰਯੰਤਰ ਲੱਗਣ ਜਾ ਰਿਹਾ, ਪਰਮਾਣੂ ਪਾਵਰ ਪ੍ਰੋਜੈਕਟ ਜਿਹੜਾ ਲੱਗਣ ਜਾ ਰਿਹਾ, ਇਹ ਕਿਉਂਕਿ ਪੋਲਿਊਸ਼ਨ ਦਾ ਰੌਲਾ ਪਹਿਲਾਂ ਹੀ ਬਹੁਤ ਹੈ ਦਿੱਲੀ ਦੇ ਵਿੱਚ। ਕਿਉਂਕਿ ਜਦੋਂ ਵੀ ਫਸਲਾਂ ਦੇ ਕੱਟਣ ਦਾ ਟਾਈਮ ਆਉਂਦਾ ਜਾਂ ਫਸਲਾਂ ਨੂੰ ਮੁੜ ਕੇ ਬੀਜਣ ਦਾ ਟਾਈਮ ਆਉਂਦਾ, ਉਦੋਂ ਵੀ ਦਿੱਲੀ ਤੋਂ ਇਹ ਪੰਜਾਬ ਵੱਲ ਨੂੰ ਇਲਜ਼ਾਮ ਆਉਂਦੇ ਰਹੇ ਕਿ ਜੀ ਇੱਧਰੋਂ ਹੀ ਪੋਲਿਊਸ਼ਨ ਜਿਹੜਾ ਉੱਧਰ ਜਾਂਦਾ, ਜਦਕਿ ਦਿੱਲੀ ਦੇ ਵਿੱਚ ਖੁਦ ਵੀ ਪੋਲਿਊਸ਼ਨ ਬਹੁਤ ਜ਼ਿਆਦਾ ਹੈ। ਔਰ ਪੰਜਾਬ ਤਾਂ ਫਿਰ ਵੀ ਦਿੱਲੀ ਤੋਂ 300-350 ਕਿਲੋਮੀਟਰ ਦੂਰ ਹੈ, ਅਤੇ ਇਹ ਤਾਂ ਬਿਲਕੁਲ 150 ਕਿਲੋਮੀਟਰ 'ਤੇ ਲੱਗਣ ਲੱਗਾ। ਇਹਦੇ ਨਾਲ ਪੋਲਿਊਸ਼ਨ ਦਾ ਵੀ ਕੋਈ ਖਤਰਾ ਹੈਗਾ ਕਿ? ਔਰ ਲੋਕਾਂ, ਪਹਿਲਾਂ ਸ਼ੁਰੂ ਦੇ ਵਿੱਚ ਮੈਂ ਤੁਹਾਡੇ ਕੋਲ ਸਵਾਲ ਇੱਕ ਕੀਤਾ ਸੀਗਾ ਕਿ ਲੋਕਾਂ ਨੂੰ, ਕਿਉਂਕਿ ਐਟੋਮਿਕ ਪਾਵਰ ਨਾਲ ਜੋੜ ਕੇ ਦੁਨੀਆ ਨੂੰ ਦੇਖਦੀ ਹੈ, ਉਸ ਕਰਕੇ ਇਹ ਤੋਂ ਡਰਨਾ ਚਾਹੀਦਾ ਜਾਂ ਨਹੀਂ? ਔਰ ਇੱਕ ਪੋਲਿਊਸ਼ਨ ਦਾ ਜਿਹੜਾ ਡਰ ਹੈ ਕਿ ਜੇ ਇੱਕ ਇੰਡਸਟਰੀ ਹੋਰ ਲੱਗਦੀ ਹੈ ਤਾਂ ਪੋਲਿਊਸ਼ਨ ਦਾ ਖਤਰਾ ਹੋਰ ਵੱਧਦਾ, ਅਤੇ ਇਹਦੇ 'ਚ ਪੋਲਿਊਸ਼ਨ ਦਾ ਕੋਈ ਖਤਰਾ ਵਧਣ ਦੇ ਚਾਂਸਸ ਹੈਗੇ ਆ ਜੀ? ਬਿਲਕੁਲ ਜੀ ਵਿਨੇ ਜੀ, ਇਹਦੇ ਵਿੱਚ ਪਹਿਲੀ ਗੱਲ ਤਾਂ ਕਾਰਬਨ ਦੇ ਕੰਟੈਂਟਸ ਜੋ ਹੈ ਸਾਨੂੰ ਬਹੁਤ ਹੀ ਨਾ ਮਾਤਰ ਦੇਖਣ ਨੂੰ ਮਿਲਣਗੇ। ਜੋ ਪੋਲਿਊਸ਼ਨ ਦਾ ਇੱਕ ਸਭ ਤੋਂ ਵੱਡਾ ਇੱਕ ਕੰਟੈਂਟਸ ਸਾਨੂੰ ਦੇਖਣ ਨੂੰ ਮਿਲਦਾ, ਜਿੱਥੇ ਕਿ ਅਸੀਂ ਫੋਸੀ ਫਿਊਲ ਕੋਇਲੇ ਦੇ ਵਿੱਚ ਅਸੀਂ ਥਰਮਲ 'ਚ ਅਸੀਂ ਦੇਖਦੇ ਸੀ, ਪਰ ਇਹ ਥਰਮਲ ਦੇ ਵਿੱਚ ਸਾਨੂੰ ਥਰਮਲ ਐਨਰਜੀ ਦੇ ਵਿੱਚ ਸਾਨੂੰ ਇਹ ਕਿਉਂਕਿ ਖੁਦ ਹੀ ਰੀਨਿਊਏਬਲ ਔਰ ਇਕਨੋਮੀ ਨੂੰ ਇਕੋਸਿਸਟਮ ਨੂੰ ਮੇਨਟੇਨ ਕਰਨ ਵਾਲਾ ਸਸਟੇਨੇਬਿਲਿਟੀ ਦੇ ਕੰਮ ਕਰਨ ਲਈ ਹੀ ਅਸੀਂ ਅਲਟਰਨੇਟ ਤਿਆਰ ਕਰਿਆ। ਇਹਦਾ ਸਭ ਤੋਂ ਵੱਡਾ ਇੱਕ ਫਾਇਦਾ ਇਹੀ ਹੈ, ਸਾਨੂੰ ਪੋਲੂਸ਼ਨ ਫਰੀ এনवायरमेंट ਸਾਨੂੰ ਦੇਖਣ ਨੂੰ ਮਿਲ ਸਕਦਾ। ਅਤੇ ਜੋ ਤੁਸੀਂ ਗੱਲ ਕਰਦੇ ਹੋ ਵੀ ਇੱਕ ਰੈਲੀਵੈਂਟ ਇੱਕ ਸਟਰਕਚਰ ਤਿਆਰ ਕਰਨ ਦੀ, ਤੁਸੀਂ ਗੱਲ ਆਖਦੇ ਹੋ ਵੀ ਇਹਦਾ ਫਾਇਦਾ ਮੂਲ ਰੂਪ ਦੇ ਵਿੱਚ ਉੱਥੋਂ ਦੇ ਨਿਵਾਸੀਆਂ ਨੂੰ ਕੀ ਫਾਇਦਾ ਹੋਣਾ, ਉਹ ਨਜ਼ਦੀਕ ਇੰਡਸਟਰੀ ਖੜੀ ਕਰਨ ਦਾ, ਉਹਦਾ ਇਹੀ ਫਾਇਦਾ ਸਭ ਤੋਂ ਵੱਡਾ ਹੈਗਾ। ਜੋ ਇੰਡਸਟਰੀਆਂ ਨੇ ਬਾਹਰੋਂ ਆਉਣਾ ਹੈ, ਇਨਵੈਸਟਰ ਨੇ ਕੀ ਦੇਖਣਾ, ਸਭ ਤੋਂ ਪਹਿਲਾਂ ਉਹਨਾਂ ਨੇ ਕੋਈ ਇਨਵੈਸਟਮੈਂਟ ਕਰਨੀ ਹੈ, ਚਾਹੇ ਉਹ ਪ੍ਰੋਡਕਸ਼ਨ ਹਾਊਸਿਸ ਲਗਾਉਣੇ ਨੇ, ਉਹਨਾਂ ਨੇ ਉੱਥੇ ਆਲੇ ਦੁਆਲੇ ਦੇ ਐਨਰਜੀ ਦੀ ਜੋ ਖਪਤ ਹੈ ਸਭ ਤੋਂ ਵੱਡੀ ਵੀ ਪਾਵਰ ਕਿੱਥੋਂ ਮਿਲੂਗੀ, ਕਿਉਂਕਿ ਕੱਟ ਆਊਟ ਬਹੁਤ ਹੁੰਦੇ ਨੇ, ਅਤੇ ਉਹਦੇ ਲਈ ਜੇ ਪਾਵਰ ਦਾ ਜੇ ਪ੍ਰਬੰਧ ਜੇ ਉੱਥੇ ਹੀ ਹੋ ਜਾਣਾ, ਅਤੇ ਕਿਤੇ ਨਾ ਇੰਡਸਟਰੀਆਂ ਆਉਣਗੀਆਂ,
ਕਿਤੇ ਨਾ ਕਿਤੇ ਉਹਨਾਂ ਨੂੰ ਮੋਟੀਵੇਸ਼ਨ ਮਿਲੂਗਾ ਔਰ ਉੱਥੋਂ ਦੇ ਜੋ ਸਟੂਡੈਂਟਸ ਨੇ ਉਹਨਾਂ ਨੂੰ ਚਾਹੇ ਉਹ ਇੰਜੀਨੀਅਰ ਨੇ, ਚਾਹੇ ਉਸ ਖੇਤਰ ਨਾਲ ਜੁੜੇ ਹੋਏ ਜਿਹੜੇ ਵੀ EMPLOYEES ਨੇ, ਚਾਹੇ ਉਹ ਮੈਨ ਪਾਵਰ ਹੈ, ਚਾਹੇ ਉਹ ਮਜ਼ਦੂਰ ਤਬਕਾ ਹੈਗਾ, ਉਹਨਾਂ ਨੂੰ ਸਿੱਧਾ ਰੁਜ਼ਗਾਰ ਹੈ ਉਸ ਏਰੀਏ ਦੇ ਵਿੱਚ ਮਿਲ ਜਾਣਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਐਕਸਪੈਂਸ਼ਨਸ ਹੋਣੀਆਂ ਉਹਦਾ ਫਾਇਦਾ ਉਸ ਏਰੀਏ ਨੂੰ ਡਿਵੈਲਪ ਕਰਨ ਦੇ ਵਿੱਚ ਸਿੱਧਾ ਸਾਨੂੰ ਦੇਖਣ ਨੂੰ ਮਿਲ ਜਾਣਾ ਵਿਨੇ ਜੀ। ਇਸ ਪ੍ਰੋਜੈਕਟ ਤੇ ਕੇਂਦਰ ਸਰਕਾਰ ਇੱਕ ਅਨੁਮਾਨਿਤ ਰਾਸ਼ੀ ਜਿਹੜੀ ਹੈਗੀ ਹੈ 20,594 ਕਰੋੜ ਦੇ ਕਰੀਬ ਖਰਚ ਕਰਨ ਜਾ ਰਹੀ ਹੈ ਔਰ 5,000 ਦੇ ਕਰੀਬ ਕਰੋੜ ਜਿਹੜਾ ਹੈ ਉਹ ਲੱਗ ਚੁੱਕਾ ਹੈ। ਇਹਦੀ ਜਿਹੜੀ ਬਣਾਵਟ ਦੇ ਉੱਪਰ ਲੱਗ ਚੁੱਕਾ ਹੈ, ਯਾਨੀ ਜੋ ਇਹਦੀ ਉਸਾਰੀ ਦੇ ਉੱਪਰ ਲੱਗ ਚੁੱਕਾ ਹੈ। ਤੇ ਜਦੋਂ ਸਾਰੇ ਜਿੰਨਾ ਕੁ ਫੰਡ ਰੱਖਿਆ ਗਿਆ, ਜਦੋਂ ਸਾਰਾ ਫੰਡ ਲੱਗ ਕੇ ਇਹ ਪੂਰਾ ਸਟਰਕਚਰ ਤਿਆਰ ਹੋ ਜਾਂਦਾ ਹੈ ਤੇ ਉਦੋਂ ਕਿੰਨੀ ਕੁ ਜੌਬ ਜਨਰੇਟ ਇਹਦੇ 'ਚ ਹੋ ਸਕਦੀ ਹੈ ਔਰ ਕਿੰਨੀ ਕੁ એનર્ਜੀ ਜਨਰੇਟ ਇੱਥੋਂ ਹੋ ਸਕਦੀ ਹੈ, ਇਹਦੇ ਬਾਰੇ ਵੀ ਤੁਸੀਂ ਬਿਲਕੁਲ ਜੀ। ਦੇਖੋ ਜਦੋਂ ਇਹ ਪੂਰਾ ਟ੍ਰਾਇਲ ਰਨ ਹੋ ਜਾਣਗੇ, ਇਹਨੂੰ ਅਸੀਂ ਪੂਰਾ ਲੋਡ ਤੇ ਲਿਆਵਾਂਗੇ, ਜਿੱਥੇ ਬਿਜਲੀ ਦੀ ਜੋ ਪ੍ਰੋਡਕਸ਼ਨਸ ਸ਼ੁਰੂ ਹੋ ਜਾਣਗੀਆਂ ਉਹ ਕਿਤੇ ਨਾ ਕਿਤੇ ਅਸੀਂ ਇੱਕ ਡਾਟੇ ਦੇ ਅਕੋਰਡਿੰਗ ਅਸੀਂ ਅਪਰੋਕਸੀਮੇਟਲੀ 10 ਤੋਂ ਲੈ ਕੇ 20,000 ਤੱਕ ਦੇ ਸਿੱਧਾ ਰੁਜ਼ਗਾਰ ਹੈ ਅਸੀਂ ਉੱਥੋਂ ਦੇ ਲੋਕਲ ਪਬਲਿਕ ਨੂੰ ਅਸੀਂ ਦੇ ਸਕਦੇ ਹਾਂ। ਉਹਦੇ ਵਿੱਚ ਸਕਿਲਡ ਵਰਕਰ ਹੋਣਗੇ, ਉਹਦੇ ਵਿੱਚ ਸੈਮੀ ਸਕਿਲਡ ਵਰਕਰ ਹੋਣਗੇ, ਉਹਦੇ ਵਿੱਚ ਆਫੀਸ਼ੀਅਲਸ ਹੋਣਗੇ, ਪੜ੍ਹੇ ਲਿਖੇ ਨੌਜਵਾਨ ਜੋ ਕਿਤੇ ਨਾ ਕਿਤੇ ਦੂਰ ਪ੍ਰਦੇਸ਼ਾਂ ਤੱਕ ਜਾਂ ਯੂਪੀ ਬਿਹਾਰ ਜਾਂ ਕਿਤੇ ਸਾਊਥ ਦੇ ਵਿੱਚ ਜਿੱਥੇ ਆਲਰੇਡੀ ਇਹ ਪ੍ਰੋਜੈਕਟ ਵੱਡੇ ਚੱਲ ਰਹੇ ਸੀ ਉੱਥੇ ਨੌਕਰੀਆਂ ਲੱਭਣ ਲਈ ਜਾਂਦੇ ਸੀ ਜਾਂ ਆਪਣੀ ਓਪਰਚੁਨਿਟੀ ਤਲਾਸ਼ਦੇ ਸੀ, ਉਹਨਾਂ ਨੂੰ ਉਹਨਾਂ ਦੇ ਨੇੜੇ ਘਰ ਹੀ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਇੱਕ ਓਪਰਚੁਨਿਟੀਜ਼ ਮਿਲਣਗੀਆਂ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਟੈਕਨੋਲੋਜੀ ਇਵੋਲਵ ਹੁੰਦੀ ਹੈ ਉਸ ਤਰ੍ਹਾਂ ਦੀ ਇੱਕ R&D ਵੀ ਤਿਆਰ ਹੋ ਜੂ। ਹੋਰ ਸਾਨੂੰ ਲੱਗਦਾ ਵੀ ਇੱਕ ਇੰਡਸਟਰੀਜ਼ ਖੜੀ ਕਰਤੀਆਂ ਵੀ ਇੱਕ ਲਿਮਟਿਡ ਖੇਤਰ ਤੱਕ ਹੀ એનર્ਜੀ ਹੈ ਵੀ ਇੱਕ ਬਿਜਲੀ ਉਹ ਬਣਾਉਣੀ ਹੈ। ਸਾਨੂੰ ਲੱਗਦਾ ਹੈ ਆਮ ਲੋਕਾਂ ਨੂੰ ਵੀ ਇਹ ਇਕੱਲੀ એનર્ਜੀ ਹੀ ਦੇਊਗੀ, એનર્ਜੀ ਵੀ ਦੇ ਰਹੀ ਹੈ। ਇੱਕ ਡਿਵੈਲਪਮੈਂਟ ਜਿਹੜੀ ਉਹਦੇ ਬੈਕ ਐਂਡ ਤੇ ਸਾਨੂੰ ਜੋ ਪਰਦੇ ਦੇ ਪਿੱਛੇ ਸਾਨੂੰ ਉਹ ਡਿਵੈਲਪਮੈਂਟ ਨਹੀਂ ਦਿਖਦੀ, ਉਹਦੀ ਡਿਵੈਲਪਮੈਂਟ ਦੀ ਕਿਸ ਟੈਂਪੂ ਤੱਕ ਕਿਸ ਫ੍ਰੀਕੁਐਂਸੀ ਤੱਕ ਹਾਈ ਸਪੀਡ ਤੇ ਉਹ ਜਾ ਰਹੀ ਆ ਉਹ ਸਾਨੂੰ ਨਹੀਂ ਅਨੁਮਾਨ ਹੁੰਦਾ, ਪਰ ਐਕਸਪੈਂਸ਼ਨ ਬਹੁਤ ਫਾਸਟ ਹੁੰਦੀ ਹੈ। ਜਦੋਂ R&D ਉਹਦੇ ਰੈਲੀਵੈਂਟ ਰਿਸਰਚ ਡਿਪਾਰਟਮੈਂਟਸ ਖੁੱਲ੍ਹ ਜਾਣੇ ਨੇ, ਨਾਲ ਚੱਲਣੇ ਨੇ, ਨਾਲ ਕਿਤੇ ਨਾ ਕਿਤੇ ਜੋ ਇੰਜੀਨੀਅਰਿੰਗ ਉੱਥੇ IITs ਹੈਗੀਆਂ ਨੇ ਉਹਨਾਂ ਦੀਆਂ ਜੋ ਰਿਸਰਚਿਸ ਨੇ ਉਹ ਕਿਤੇ ਨਾ ਉਹਨਾਂ ਲਈ ਨੇੜੇ ਇੱਕ ਕੇਂਦਰ ਮਿਲ ਜਾਣਾ, ਉਹਨਾਂ ਨੂੰ ਨੇੜੇ ਜਿੱਥੇ ਉਹਨਾਂ ਨੇ ਖੋਜਾਂ ਕਰਨੀਆਂ ਨੇ, ਰਿਸਰਚ ਕਰਨੀ ਆ। ਹੋਰ ਵੀ ਉਪਰਾਲੇ ਨੇ ਕਿਤੇ ਨਾ ਕਿਤੇ ਨਿਊਕਲੀਅਰ ਲਈ, ਜਿੱਥੇ ਕਿ ਉਹਨਾਂ ਨੂੰ ਉਹ ਰਿਸਰਚ ਲਈ ਕਿਤੇ ਨਾ ਕਿਤੇ ਸਾਊਥ ਦੇ ਵਿੱਚ ਜਾਂ ਮਹਾਰਾਸ਼ਟਰ 'ਚ ਕਿਤੇ ਵੀ ਜਾਣਾ ਪੈਂਦਾ ਸੀ, ਉਹਨਾਂ ਨੂੰ ਦਿੱਲੀ IIT ਵਰਗੇ ਜਿਹੜੀਆਂ ਵੀ ਉੱਥੇ ਚਾਹੇ IPU ਨੇ, ਹੋਰ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਸਾਨੂੰ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਜੋ ਐਜੂਕੇਸ਼ਨ ਦੇ ਵੱਡੇ ਵੱਡੇ ਅਦਾਰੇ ਨੇ ਜਿਨ੍ਹਾਂ ਨੇ ਰਿਸਰਚਾਂ ਖੋਜਾਂ ਕਰਨੀਆਂ ਹੁੰਦੀਆਂ ਨੇ, ਉਹਨਾਂ ਨੂੰ ਐਕਸਪੈਰੀਮੈਂਟਲ ਤੋਂ ਲੈ ਕੇ R&D ਤੱਕ ਉੱਥੋਂ ਦੇ ਸਾਰੇ ਕਿਤੇ ਨਾ ਕਿਤੇ ਰਿਸੋਰਸਿਸ ਨੇ ਨੇੜੇ ਪ੍ਰਾਪਤ ਹੋ ਸਕਦੇ ਨੇ, ਕਿਉਂਕਿ ਦਿੱਲੀ ਤੋਂ ਸਿੱਧਾ 150 ਕਿਲੋਮੀਟਰ ਦਾ ਡਿਸਟੈਂਸ ਹੈਗਾ ਇਹ ਫਤਿਹਾਬਾਦ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ। ਤੇ ਇਸ ਤਰ੍ਹਾਂ ਦਾ ਜੋ ਸਾਨੂੰ ਨਜ਼ਦੀਕ ਕੋਈ ਵੀ ਟੈਕਨੋਲੋਜੀ ਆਉਂਦੀ ਹੈ, ਇੰਡਸਟਰੀਜ਼ ਆਉਂਦੀ ਹੈ, ਉਹਦਾ ਫਾਇਦਾ ਬਹੁਤ ਸਾਰੇ ਸਟੇਕ ਹੋਲਡਰਾਂ ਨੂੰ ਹੁੰਦਾ, ਚਾਹੇ ਉਹ ਸਟੂਡੈਂਟਸ ਨੇ, ਚਾਹੇ ਉਹ ਮਾਪੇ ਨੇ, ਚਾਹੇ ਉਹ ਉੱਥੋਂ ਦੇ ਲੇਬਰ ਹੈ, ਮਜ਼ਦੂਰ ਤਬਕਾ ਹੈ, ਚਾਹੇ ਉੱਥੋਂ ਦੇ ਸਕਿਲਡ ਵਰਕਰ ਨੇ, ਜੋ ਵੀ ਆਪਣੀ ਓਪਰਚੁਨਿਟੀਜ਼ ਹੁੰਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਮਿਲਦੀਆਂ, ਚਾਹੇ ਇਰੀਗੇਸ਼ਨ ਡਿਪਾਰਟਮੈਂਟਸ ਵੀ ਇਹਦੇ ਨਾਲ ਜੋੜੇ ਨੇ, ਹੋਰ ਵੀ PSU ਨਾਲ ਜੋੜੇ ਨੇ, ਤੇ ਬਹੁਤ ਸਾਰੇ ਬੈਕਐਂਡ ਤੇ ਸਾਨੂੰ ਬੈਨੀਫਿਟਸ ਦੇਖਣ ਨੂੰ ਮਿਲਦੇ ਨੇ। ਡਿਵੈਲਪਮੈਂਟ ਬੜੀ ਫਾਸਟ ਹੁੰਦੀ ਸਾਨੂੰ ਦਿਖ ਜਾਂਦੀ ਹੈ ਔਰ ਕਿਤੇ ਨਾ ਕਿਤੇ ਆਟੋ ਪਾਇਲਟ ਮੋਡ ਤੇ ਜੋ ਚੀਜ਼ਾਂ ਲੱਗ ਜਾਂਦੀਆਂ ਨੇ ਫਿਰ ਉਹਨੂੰ ਔਰਗੇਨਾਈਜ਼ ਕਰਨਾ, ਕੋਆਰਡੀਨੇਟ ਕਰਨਾ ਬੜਾ ਹੀ ਈਜੀ ਹੋ ਜਾਂਦਾ ਆਉਣ ਵਾਲੇ ਟਾਈਮ ਦੇ ਵਿੱਚ। ਵਿਨੇ ਜੀ, ਆਪਾਂ ਗੱਲ ਕਰ ਰਹੇ ਸੀਗੇ ਨਿਊਕਲੀਅਰ ਪਾਵਰ ਪਲਾਂਟ ਦੀ, ਔਰ ਪਹਿਲੀ ਵਾਰੀ ਉੱਤਰ ਭਾਰਤ ਦੇ ਵਿੱਚ ਲੱਗਣ ਜਾ ਰਿਹਾ ਤੇ ਉੱਤਰ ਭਾਰਤ ਦਾ ਹਰਿਆਣਾ ਦਾ ਫਤਿਹਾਬਾਦ ਜ਼ਿਲ੍ਹਾ ਔਰ ਉਹਦਾ ਜਿਹੜਾ ਪਿੰਡ ਹੈ ਗੋਰਖਪੁਰ ਪਿੰਡ ਹੈ, ਤੇ ਗੋਰਖਪੁਰ ਦਾ ਨਾਂ ਆਉਂਦੇ ਹੀ ਬੰਦੇ ਦੇ ਦਿਮਾਗ 'ਚ ਇਹ ਆਉਂਦਾ ਕਿ ਇਹ ਤਾਂ UP ਦਾ ਸ਼ਹਿਰ ਹੈ। ਗੋਰਖਪੁਰ UP ਦਾ ਇੱਕ ਜ਼ਿਲ੍ਹਾ ਆ। ਤੇ ਉਹਦੇ 'ਚ ਕੀ ਹੈ ਕਿ ਇਹਦੇ 'ਚ ਲੋਕਾਂ ਨੂੰ ਇਹ ਦੱਸਣਾ ਜ਼ਿਆਦਾ ਜ਼ਰੂਰੀ ਹੈ ਕਿ ਇਹ ਉਹ ਵਾਲਾ ਗੋਰਖਪੁਰ ਨਹੀਂ ਹੈਗਾ, ਇਹ ਹਰਿਆਣਾ ਦਾ ਗੋਰਖਪੁਰ ਹੈ ਜਿਹੜਾ ਫਤਿਹਾਬਾਦ ਜ਼ਿਲ੍ਹੇ ਦੇ ਵਿੱਚ ਪੈਂਦਾ ਔਰ ਸਟੇਟ ਹਰਿਆਣਾ ਲੱਗਦੀ ਹੈ ਔਰ ਦਿੱਲੀ ਦੇ ਬਿਲਕੁਲ ਨਾਲ ਹੈ, NCR ਨੂੰ ਟੱਚ ਕਰਦਾ ਹੈ ਇਹ। ਤੇ ਇਹ ਜਦੋਂ ਪਾਵਰ ਪਲਾਂਟ ਲੱਗਦਾ, ਕਿਉਂਕਿ ਦੇਖਿਆ ਤੁਸੀਂ ਹੋਣਾ ਹੈ ਕਿ ਹਰਿਆਣਾ ਦੇ ਵਿੱਚ ਜਦੋਂ ਆਪਾਂ ਦਿੱਲੀ ਜਾਂਦੇ ਹਾਂ ਜਾਂ ਉਦੋਂ ਤੁਹਾਨੂੰ ਹਰਿਆਣਾ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਦਿੱਲੀ ਵੱਲ ਨੌਕਰੀ ਕਰਨ ਜਾਂਦੇ ਮਿਲਦੇ ਆ ਤੁਹਾਨੂੰ। ਬਿਲਕੁਲ ਰੋਹਣੀ ਵਾਲੀ ਸਾਈਡ ਤੇ ਹੋਰ ਬਹੁਤ ਸਾਰੀ ਤੁਹਾਨੂੰ ਇੱਧਰ ਗੁੜਗਾਉਂ ਵਾਲੀ ਸਾਈਡ ਤੇ ਬਹੁਤ ਸਾਰੇ ਲੋਕ ਹੈਗੇ ਜਿਹੜੇ ਦਿੱਲੀ ਜੌਬ ਕਰਨ ਲਈ ਜਾਂਦੇ ਨੇ। ਇਹ ਪਾਵਰ ਪਲਾਂਟ ਲੱਗਣ ਤੋਂ ਬਾਅਦ
ਇਹ ਜਿਹੜੀ ਦੂਰੀ ਹੈ ਘਟ ਕੇ ਨੇੜੇ ਰਹਿ ਜਾਊਗੀ, ਜਾਂ ਕਿ ਮਤਲਬ ਇੱਥੇ ਵੀ ਉਹਨਾਂ ਲੋਕਾਂ ਨੂੰ ਕਿਸੇ ਨੂੰ ਜਿਹੜੇ ਹੁਣ ਅੱਜ ਜਿਹੜੀ ਗਿਣਤੀ 'ਚ ਲੋਕ ਜਾਂਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਕੁਝ ਗਿਣਤੀ ਘਟੇਗੀ ਜਿਹੜੀ ਇਹਨਾਂ ਨੂੰ ਲੋਕਲ ਮਿਲ ਜਾਊਗਾ ਇੱਥੇ ਕੁਝ? ਬਿਲਕੁਲ ਜੀ ਬਿਨੇ ਜੀ, ਸਭ ਤੋਂ ਪਹਿਲੀ ਗੱਲ ਤਾਂ ਕੇਂਦਰ ਸਰਕਾਰ ਵੱਲੋਂ ਵੀ ਤੇ ਹੋਰ ਵੀ ਕਿਤੇ ਨਾ ਕਿਤੇ NGO ਸੰਸਥਾਵਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿਹੜੇ ਸਟੂਡੈਂਟਸ ਨੇ, ਸਾਡੇ ਯੰਗਸਟਰ ਨੇ, ਉਹਨਾਂ ਨੂੰ ਅਸੀਂ ਨੌਕਰ ਨਾ ਬਣਾਈਏ, ਅਸੀਂ ਉਹਨਾਂ ਨੂੰ ਮਾਲਕ ਬਣਾਈਏ। ਉਹ ਮਾਲਕ ਬਣਾਉਣ ਲਈ ਉਹ ਨਵੇਂ ਸਟਾਰਟਅਪਸ ਦੀ ਸਪੋਰਟ ਕਰਦੇ ਨੇ। ਨਵੇਂ ਸਟਾਰਟਅਪਸ ਲਈ MSME ਗਵਰਨਮੈਂਟ ਦੀਆਂ ਜੋ ਵੀ ਬੋਡੀਜ਼ ਹੈਗੀਆਂ ਉਹ ਉਹਦੇ ਵਿੱਚ ਹੈਂਡ ਹੋਲਡਿੰਗ ਸਪੋਰਟ ਦੇ ਰਹੀਆਂ ਨੇ। ਤੇ ਜੇ ਤੁਸੀਂ ਇਹਦੀ ਗੱਲ ਆਖਦੇ ਹੋ, ਉਹ ਜਿਹੜਾ ਜੋ ਭੀੜ ਟ੍ਰੈਫਿਕ ਜੋ ਹੈ ਉਹ ਇੰਡਸਟਰੀਜ਼ ਏਰੀਆ ਦੇ ਵਿੱਚ ਜਾ ਰਿਹਾ, ਚਾਹੇ ਉਹ ਤੁਸੀਂ ਦਿੱਲੀ NCR ਦੀ ਗੱਲ ਕਰਦੇ ਹੋ, ਗੁੜਗਾਉਂ ਦੀ ਗੱਲ ਕਰਦੇ ਹੋ, ਤੇ ਨਜ਼ਦੀਕ ਜਿਹੜੇ ਵੀ ਅਸੀਂ ਖੇਤਰ ਦੇਖਦੇ ਹਾਂ ਉੱਧਰ ਨੂੰ ਜਾ ਰਹੇ ਨੇ ਤੇ ਉਹ ਤਾਂ ਜਾ ਹੀ ਰਹੇ ਨੇ। ਹੁਣ ਇਹ ਇੰਡਸਟਰੀਜ਼ ਆਉਣ ਦਾ ਮਤਲਬ ਇਹ ਨਹੀਂ ਅਸੀਂ ਯੂਥ ਨੂੰ ਫੇਰ ਦੁਬਾਰਾ ਤੋਂ, ਉਹ ਤਾਂ ਯੂਥ ਲਈ ਇੱਕ ਅਲਟਰਨੇਟ ਰੱਖਿਆ ਵੀ ਤੁਸੀਂ ਆਪਣਾ ਸਟਾਰਟਅਪ ਜੇ ਨਹੀਂ ਤਿਆਰ ਕਰ ਸਕਦੇ ਤਾਂ ਤੁਸੀਂ ਥੋੜ੍ਹੇ ਟਾਈਮ ਲਈ ਤੁਸੀਂ ਆਪਣਾ ਟ੍ਰੇਨਿੰਗਾਂ ਲਓ, ਚੀਜ਼ਾਂ ਸਿੱਖੋ। ਉਸ ਤੋਂ ਬਾਅਦ ਗੌਰਮੈਂਟ ਤਾਂ ਕੇਂਦਰ ਸਰਕਾਰ ਕਹਿੰਦੀ ਹੈ ਵੀ ਆਪਣੀ ਸਟਾਰਟਅਪਸ 'ਤੇ ਧਿਆਨ ਦਿਓ, ਕਿਉਂਕਿ ਅਸੀਂ ਵਿਦੇਸ਼ਾਂ 'ਚ ਦੇਖਦੇ ਹਾਂ ਕਿਤੇ ਨਾ ਕਿਤੇ ਉੱਥੋਂ ਦੇ ਜੋ ਬੱਚੇ ਨੇ, ਬਾਹਰਲੇ ਅਸੀਂ ਬੱਚੇ ਦੇਖਦੇ ਹਾਂ, ਉਹ ਆਪਣੇ ਸਟਾਰਟਅਪਸ ਲੈ ਕੇ ਆਉਂਦੇ ਨੇ, ਉਹਦੇ ਇਕਨੋਮੀ ਦੇ ਵਿੱਚ ਬਹੁਤ ਵੱਡਾ ਇੱਕ ਕੰਟਰੀਬਿਊਸ਼ਨ ਹੁੰਦਾ। ਅੱਜ ਵੀ ਸਾਨੂੰ ਇੱਥੇ ਸਟਾਰਟਅਪਸ ਦੇਖਣ ਨੂੰ ਮਿਲਦੇ ਨੇ ਆਏ ਦਿਨ। ਤੁਸੀਂ ਓਲਾ ਉਬਰ ਵਰਗੀਆਂ ਜੋ ਸਟੂਡੈਂਟਾਂ ਨੇ ਕੰਪਨੀਆਂ ਖੋਲ੍ਹੀਆਂ, ਬਹੁਤ ਸਾਰੀ ਓਪਰਚੁਨਿਟੀ ਅੱਜ ਇਸ ਖੇਤਰ ਦੇ ਵਿੱਚ ਬਹੁਤ ਵੱਡਾ ਵੈਕਿਊਮ ਹੈ। ਅਸੀਂ ਉਹ ਵੈਕਿਊਮ ਨੂੰ ਜੇ ਫੁੱਲਫਿਲ ਹੀ ਨਹੀਂ ਕਰ ਪਾਏ। ਇੰਡੀਆ ਬਹੁਤ ਵੱਡੀ ਇੱਕ ਮਾਰਕੀਟ ਹੈਗੀ ਹੈ ਜਿੱਥੇ ਤੁਸੀਂ ਉਸ ਵੈਕਿਊਮ ਨੂੰ ਫੁੱਲਫਿਲ ਕਰ ਸਕਦੇ ਹੋ। ਤੁਸੀਂ ਦੇਖੋਗੇ ਅੱਜ ਔਨਲਾਈਨ ਸ਼ੋਪਿੰਗਸ ਹੁੰਦੀਆਂ ਨੇ, ਐਮਾਜੋਨ ਫਲਿੱਪਕਾਰਟ ਵਰਗੀਆਂ ਕੰਪਨੀਆਂ ਆ ਗਈਆਂ ਨੇ, ਉੱਥੇ ਕਸਟਮਰ ਵੇਟ ਨਹੀਂ ਕਰਦਾ। 8 ਸਕਿੰਟ ਜੇ ਉਹ ਬਫਰਿੰਗ ਹੋ ਜਾਏ ਤਾਂ 1.5 ਲੱਖ ਕਸਟਮਰ ਹੈ ਜਿਹੜਾ ਉੱਥੋਂ ਸਿੱਧਾ ਉੱਡ ਜਾਂਦਾ ਉਹ। ਤੇ ਇਸ ਲੈਵਲ ਦੀ ਸਾਨੂੰ ਟੈਕਨੋਲੋਜੀ ਨੂੰ ਉਹਨਾਂ ਨੇ ਮੇਨਟੇਨ ਕਰਕੇ ਰੱਖਿਆ ਹੋਇਆ ਤਾਂ ਕਿ ਅੱਜ ਫਾਸਟ ਯੁੱਗ ਹੈ, ਟੈਕਨੋਲੋਜੀ ਨਾਲ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦਾ। ਇਹ ਜੋ ਰਿਐਕਟਰਸ ਦੀ ਗੱਲ ਕਰਦੇ ਹਾਂ, ਨਿਊਕਲੀਅਰ ਪਲਾਂਟਸ ਦੀ ਗੱਲ ਕਰਦੇ ਹਾਂ, ਅਸੀਂ ਇਕੱਲੇ ਇਹ ਨਹੀਂ ਹੈ ਵੀ ਯੂਥ ਨੂੰ ਅਸੀਂ ਰੁਜ਼ਗਾਰ ਲਈ ਅਸੀਂ 20,000 ਬੱਚਿਆਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਤਾ। ਯੂਥ ਲਈ ਤਾਂ ਸਰਕਾਰ ਨੇ, ਕੇਂਦਰ ਸਰਕਾਰ ਨੇ ਹੋਰ ਬੜੇ ਉਪਰਾਲੇ ਕਰੇ ਨੇ। MSME ਵਰਗੇ ਮਾਡਲ ਲੈ ਕੇ ਆਉਂਦੇ ਆ, ਸਕਿੱਲ ਡਿਵੈਲਪਮੈਂਟ ਦੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਸ਼ਨਸ ਪ੍ਰੋਵਾਈਡ ਕਰੀਆਂ, ਉਹ ਇਨੋਵੇਸ਼ਨਸ ਵੀ ਕਰਨ, ਰਿਸਰਚ ਕਰਨ, ਉਹ ਕਿਤੇ ਨਾ ਕਿਤੇ ਨਵੀਆਂ ਖੋਜਾਂ ਕਰਨ, ਉਹ ਕਿਤੇ ਨਾ ਕਿਤੇ ਇੱਕ ਓਪਰਚੁਨਿਟੀ ਪੈਦਾ ਕਰਨ। ਅੱਜ ਗਲੋਬਲਾਈਜ਼ ਹੋ ਗਿਆ ਸਿਸਟਮ ਤੇ ਇਹ ਮਕਸਦ ਇਹ ਹੁੰਦਾ ਨਿਊਕਲੀਅਰ ਰਿਐਕਟਰਸ ਦਾ ਜੋ ਵੀ ਹੈ, ਇਕੋ ਸਿਸਟਮ ਨੂੰ ਅਸੀਂ ਮੇਨਟੇਨ ਕਰਨਾ, ਇੰਡਸਟਰੀ ਨੂੰ ਅਸੀਂ ਇਸਟੈਬਲਿਸ਼ ਕਰਨਾ। ਇੰਡਸਟਰੀਜ਼ ਨੇ ਅੱਗੇ ਕੰਜ਼ਿਊਮਰ ਲਈ ਵੈਲਿਊ ਪੈਦਾ ਕਰਨੀ ਹੈ, ਚਾਹੇ ਉਹ ਤੁਸੀਂ ਕੱਪੜਾ ਗਾਰਮੈਂਟਸ ਦੀ ਗੱਲ ਕਰੋ, ਚਾਹੇ ਉਹ ਤੁਸੀਂ ਫੂਡ ਪ੍ਰੋਡਕਟਸ ਦੀ ਗੱਲ ਕਰੋ, ਉਹ ਇੰਡਸਟਰੀਜ਼ ਨੇ ਵੈਲਿਊ ਦੇਣੀਆਂ ਨੇ। ਤੇ ਇੱਕ ਫੋਕਸ ਇੱਕ ਸਟੂਡੈਂਟਸ 'ਤੇ ਹੀ ਨਹੀਂ ਹੁੰਦਾ। ਸਟੂਡੈਂਟਸ ਨੇ ਤਾਂ ਜੋ ਆਪਣੀ ਓਪਰਚੁਨਿਟੀ, ਆਪਣੀ ਫਲੈਕਸੀਬਿਲਿਟੀ, ਆਪਣੇ ਇੰਟਰਸਟ ਦੇ ਅਕੋਰਡਿੰਗ ਜਿੱਧਰ ਨੂੰ ਮੂੰਹ ਕਰ ਲੈਣਾ ਉਵੇਂ ਤੁਰ ਲੈਣਾ। ਉਹ ਸਟੂਡੈਂਟਸ ਅੱਜ ਕੱਲ੍ਹ ਦੇ ਤਾਂ ਕਿਤੇ ਨਾ ਕਿਤੇ ਦੇਖਾ ਦੇਖੀ ਫੋਲੋਅਰ ਹੈਗੇ ਇੱਕ ਦੂਸਰੇ ਦੇ, ਉਹਨਾਂ ਦੇ ਆਪਣੇ ਤਾਂ ਕੋਈ ਡਿਸੀਜਨ ਹੁੰਦੇ ਹੀ ਨਹੀਂ ਹੈ। ਤੇ ਕਿਤੇ ਨਾ ਕਿਤੇ ਉਹਦੇ ਲਈ ਅਵੇਅਰਨੈਸ ਕੈਂਪੇਨ ਵੀ ਹੈ ਕੇਂਦਰ ਸਰਕਾਰ ਵੱਲੋਂ ਕਰੇ ਜਾਂਦੇ ਨੇ। ਤੁਸੀਂ ਆਪਣੇ ਪੋਟੈਂਸ਼ੀਅਲ ਦੇ, ਆਪਣੇ ਸਕਿੱਲਸ 'ਤੇ ਕੰਮ ਕਰੋ, ਉੱਥੇ ਤੁਸੀਂ ਜਾਓ। ਬਟ ਇਹਦੇ ਵਿੱਚ ਇਹ ਹੈ ਸਿੱਧੇ ਤੌਰ 'ਤੇ ਜੇ ਅੱਜ ਨਾਰਥ ਇੰਡੀਆ ਦੇ ਵਿੱਚ ਨਿਊਕਲੀਅਰ ਰਿਐਕਟਰ ਆ ਗਿਆ ਤਾਂ 20,000 EMPLOYEES ਨੂੰ ਸਿੱਧਾ ਇਹਦਾ ਫਾਇਦਾ ਮਿਲ ਜਾਣਾ। ਉਹਨਾਂ ਨੂੰ ਕਿਤੇ ਨਾ ਕਿਤੇ ਉਹਦੇ ਵਿੱਚ ਐਡਜਸਟ ਕਰ ਲੈਣਾ, ਉਹਨਾਂ ਦੀ એનર્ਜੀ ਹੈ ਜਿਹੜੀ ਉੱਥੇ ਯੂਟੀਲਾਈਜ਼ ਹੋ ਜਾਣੀ ਹੈ। ਬਿਨੇ ਜੀ ਠੀਕ ਹੈ, ਮੈਨੂੰ ਤਾਂ ਨਹੀਂ ਲੱਗਦਾ ਕਿ ਹੁਣ ਇਹਦੇ 'ਚ ਕੋਈ ਚੀਜ਼ ਐਸੀ ਰਹਿ ਗਈ ਜਿਹੜੀ ਆਪਾਂ ਡਿਸਕਸ ਨਹੀਂ ਕੀਤੀ। ਤੁਸੀਂ ਬੜੀ ਜਾਣਕਾਰੀ ਇਹਦੇ 'ਚ ਦਿੱਤੀ ਹੈ ਔਰ ਕੇਂਦਰ ਸਰਕਾਰ ਇਹਨੂੰ ਲੈ ਕੇ ਬਹੁਤ ਹੀ ਗੰਭੀਰ ਹੈ, ਕਿਉਂਕਿ ਸਪੈਸ਼ਲੀ ਕੇਂਦਰੀ ਮੰਤਰੀ ਜਿਹੜੇ ਹੈਗੇ ਹੈ ਉਹ ਆਏ ਨੇ, ਉਹਨਾਂ ਨੇ ਅਨਾਉਂਸ ਕੀਤਾ ਇਹਦਾ ਕੀ ਲਾਭ ਹੋਊਗਾ ਇਹ ਵੀ ਉਹਨਾਂ ਨੇ ਦੱਸਿਆ। ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਤੋਂ ਕਾਫੀ ਜਾਣਕਾਰੀ ਜਿਹੜੀ ਉਹ ਹਾਸਲ ਹੋਈ ਹੋਣੀ। ਜਿਹੜੇ ਲੋਕ ਇਸ ਗੱਲ ਤੋਂ ਡਰਦੇ ਨੇ ਕਿ ਵੀ ਨਿਊਕਲੀਅਰ ਪਾਵਰ ਪਲਾਂਟ ਇੱਥੇ ਲੱਗਣ ਜਾ ਰਿਹਾ, ਐਟੋਮਿਕ ਪਾਵਰ ਦਾ ਇਸਤੇਮਾਲ ਇੱਥੇ ਹੋਏਗਾ ਤਾਂ ਕਿਤੇ ਕੋਈ ਖਤਰਾ ਹੋ ਸਕਦਾ ਹੈ ਜਾਂ ਪੋਲਿਊਸ਼ਨ ਵਧੇਗਾ, ਲੇਕਿਨ ਅਜਿਹਾ ਕੁਝ ਨਹੀਂ ਹੈ। ਸਾਡੇ ਇੰਜੀਨੀਅਰ ਤਰੁਣ ਨੇ ਇਹ ਦੱਸਿਆ ਕਿ ਅਜਿਹਾ ਕੋਈ ਖਤਰਾ ਨਹੀਂ ਹੈ, ਬਲਕਿ ਇਹਦਾ ਫਾਇਦਾ ਹੀ ਹੈ ਔਰ ਇਹਦੇ 'ਚੋਂ ਕਾਫੀ ਜਿਹੜਾ ਜੌਬ ਜਨਰੇਟਸ ਹੋਣਗੀਆਂ ਜਿਹੜੀਆਂ ਲੋਕਾਂ ਨੂੰ ਸਿੱਧੇ ਤੌਰ 'ਤੇ ਯੂਥ ਨੂੰ ਇਹਦਾ ਫਾਇਦਾ ਹੋਏਗਾ। ਅਜਿਹੇ ਹੀ ਮੁੱਦਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਜਿਹਦੇ 'ਚ ਤੁਹਾਨੂੰ ਹੋਰ ਜਾਣਕਾਰੀਆਂ ਦੇਵਾਂਗੇ, ਹੋਰ ਚਰਚਾ ਕਰਾਂਗੇ। ਤੁਸੀਂ ਹੁਣ ਸਾਨੂੰ ਇਜਾਜ਼ਤ ਦਿਓ। ਧੰਨਵਾਦ।